Good afternoon, everyone. Today we are going to start with the code BPCC 131 Foundations of Psychology, Block 4 Personality and Intelligence, Unit 7 Personality. ਅੱਜ ਆਪਾਂ ਗੱਲ ਕਰਾਂਗੇ ਕਿ ਪਰਸਨੈਲਿਟੀ ਕੀ ਹੁੰਦੀ ਹੈ ਤੇ ਪਰਸਨੈਲਿਟੀ ਆਪਣੀ ਲਾਈਫ ਦੇ ਵਿੱਚ ਕਿਆ ਡਿਫਰੈਂਸਿਸ ਕ੍ਰੀਏਟ ਕਰਦੀ ਹੈ ਤੇ ਹਰ ਇੱਕ ਇਨਸਾਨ ਦੇ ਵਿੱਚ ਜਿੰਨੀਆਂ ਵੀ ਪਰਸਨੈਲਿਟੀਜ਼ ਨੇ ਉਹ ਕਿਆ ਮਤਲਬ ਆਪਾਂ ਨੂੰ ਸਾਹਮਣੇ ਆਪਣੇ ਲੈ ਕੇ ਆਉਂਦੀਆਂ ਨੇ। ਸੋ ਪਰਸਨੈਲਿਟੀ ਕਿੱਥੋਂ ਬਣ ਕੇ ਆਇਆ ਇਹ ਵਰਡ। ਪਰਸਨੈਲਿਟੀ ਇੱਕ ਲੈਟਿਨ ਵਰਡ ਦਾ ਪਾਰਟ ਹੈ ਜਿਹਦਾ ਮਤਲਬ ਹੈ ਪਰਸੋਨਾ। ਪਰਸਨੈਲਿਟੀ ਸਭ ਤੋਂ ਪਹਿਲਾਂ ਪਰਸੋਨਾ ਵਰਡ ਤੋਂ ਆਈਡੀਅਲਾਈਜ਼ ਕੀਤਾ ਗਿਆ ਸੀਗਾ। ਸੋ ਪਰਸੋਨਾ ਮੀਨਸ ਮਾਸਕ, ਜਿਹੜਾ ਮਾਸਕ ਐਕਟਰਸ ਜਾਂ ਫਿਰ ਜਿਹੜੇ ਸਟੇਜ ਦੇ ਉੱਤੇ ਆਪਣੀ ਐਕਟਿੰਗ ਕੰਡਕਟ ਕਰਦੇ ਸੀਗੇ ਤੇ ਥੀਏਟਰ ਪਲੇ ਕਰਦੇ ਸੀਗੇ ਜਾਂ ਕੋਈ ਵੀ ਰੋਲ ਆਪਣਾ ਲੋਕਾਂ ਜਾਂ ਦਰਸ਼ਕਾਂ ਅੱਗੇ ਆਪਣਾ ਪੇਸ਼ ਕਰਦੇ ਸੀਗੇ। ਸੋ ਆਪਣੇ ਫੇਸ ਦੇ ਉੱਤੇ ਇੱਕ ਮਾਸਕ ਲਗਾ ਲੈਂਦੇ ਸੀਗੇ। ਉਹ ਮਾਸਕ ਹੁੰਦਾ ਸੀਗਾ ਉਹਨਾਂ ਦਾ ਪਰਸੋਨਾ, ਯਾਨੀ ਉਹ ਹੈ ਜੀ ਚੀਜ਼ ਜਿਹੜੀ ਉਹ ਸਿਰਫ ਲੋਕਾਂ ਨੂੰ ਦਰਸਾਉਣਾ ਚਾਹੁੰਦੇ ਹੈ। ਇੱਕ ਮਾਸਕ ਦੇ ਆਈਡੀਆ ਦੇ ਨਾਲ ਉਸ ਚੀਜ਼ ਨੂੰ ਐਕਸਪਲੇਨ ਕੀਤਾ ਗਿਆ ਕਿ ਜੋ ਆਪਣੀ ਪਰਸਨੈਲਿਟੀ ਹੈ ਉਹ ਪਰਸੋਨਾ ਦਾ ਇੱਕ ਅੰਗ ਹੈ। ਪਰਸੋਨਾ ਜੋ ਕਿ ਮਾਸਕ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਜਦੋਂ ਰੋਮਨ ਗ੍ਰੀਸ ਜਾਂ ਰੋਮਨ ਜਿਹੜੇ ਥੀਏਟਰ ਪਲੇਜ਼ ਹੁੰਦੇ ਸੀਗੇ, ਜਿਹੜੇ ਆਪਣੇ ਫੇਸ ਦੇ ਉੱਤੇ ਜਿਹੜਾ ਮਾਸਕ ਲਗਾ ਲੈਂਦੇ ਸੀ, ਉਹ ਜੋ ਮਾਸਕ ਸੀਗਾ ਉਹ ਪਰਸਨੈਲਿਟੀ ਨੂੰ ਦਰਸਾਉਂਦਾ ਸੀਗਾ। ਜਿਹੜਾ ਮਾਸਕ ਉਹ ਆਪਣੇ ਆਪ ਨੂੰ ਰਿਫਲੈਕਟ ਕਰਨ ਦੇ ਲਈ, ਲੋਕਾਂ ਨੂੰ ਸਮਝਾਉਣ ਦੇ ਲਈ, ਸਮਝਣ ਦੇ ਲਈ ਇੱਕ ਝੂਠਾ ਇੱਕ ਫੇਸ ਉੱਤੇ ਜੋ ਮਾਸਕ ਬਣਾ ਕੇ ਲਗਾ ਲੈਂਦੇ ਸੀਗੇ ਉਸਨੂੰ ਉਸ ਤੋਂ ਪਰਸੋਨਾ ਕਿਹਾ ਜਾਂਦਾ ਸੀਗਾ। ਸੋ ਐਦਾਂ ਹੀ ਜਿੱਦਾਂ ਰੋਮਨ ਇੰਪਾਇਰ ਸੀ, ਰੋਮਨ ਥੀਏਟਰ ਪਲੇ ਕਰਦੇ ਸੀਗੇ, ਦੇ ਯੂਜ਼ ਟੂ ਯੂਜ਼ ਦੈਟ ਪਰਸਨੈਲਿਟੀ ਟੂ ਰਿਫਲੈਕਟ ਦੇਅਰ ਸੋਰਸ ਆਫ ਨੇਚਰ ਟੂ ਦ ਪੀਪਲ, ਤਾਂ ਕਿ ਜਿਹੜੇ ਦੇਖਣ ਵਾਲੇ ਜਿਹੜੇ ਲੋਕ ਨੇ, ਜਿਹੜੇ ਉਹਨਾਂ ਦੇ ਦਰਸ਼ਕ ਨੇ, ਉਸ ਚੀਜ਼ ਨੂੰ ਜ਼ਿਆਦਾ ਕਨੈਕਟ ਕਰ ਪਾਉਣ, ਸਮਝ ਪਾਉਣ ਕਿ ਇਸ ਪਰਸਨੈਲਿਟੀ ਦਾ ਮਤਲਬ ਕਿਆ ਹੈ, ਇਹ ਕੀ ਆਪਣੀ ਸੁਸਾਇਟੀ ਦੇ ਅੱਗੇ ਕਿਆ ਰਿਫਲੈਕਸ਼ਨ ਦੇਣਾ ਚਾਹੁੰਦੇ ਹੈ। ਇਸ ਕਰਕੇ ਉਹ ਮਾਸਕ ਦੇ ਥਰੂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਤੇ ਜਿਹੜਾ ਉਹਨਾਂ ਦਾ ਮਾਸਕ ਹੁੰਦਾ ਸੀਗਾ ਉਸੇ ਤੋਂ ਹੀ ਉਹਨਾਂ ਦੀ ਪਹਿਚਾਣ ਕੀਤੀ ਜਾਂਦੀ ਸੀਗੀ। ਐਂਡ ਇਸੇ ਤੋਂ ਹੀ ਇੱਕ ਤੋਂ ਦੂਸਰੇ ਤੋਂ ਤੀਸਰੇ ਇਨਸਾਨ ਦੇ ਵਿੱਚ ਡਿਫਰੈਂਸ਼ੀਏਟ ਕ੍ਰੀਏਟ ਕੀਤਾ ਜਾਂਦਾ ਸੀਗਾ, ਇੱਕ ਝੂਠੀ ਸਟੋਰੀ, ਇੱਕ ਕਾਲਪਨਿਕ ਸਟੋਰੀ ਦਿਖਾ ਕੇ, ਪਰ ਜਿਹਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਸੀਗਾ। ਐਦਾਂ ਹੀ ਆਪਣੀ ਲਾਈਫ ਦੇ ਵਿੱਚ ਆਪਾਂ ਜਿੱਦਾਂ ਦੀ ਆਪਣੀ ਨੇਚਰ ਰਿਫਲੈਕਟ ਕਰਦੇ ਹਾਂ, ਦੂਜਿਆਂ ਨੂੰ ਦਿਖਾਉਂਦੇ ਹਾਂ ਕਿ ਆਪਣੀ ਨੇਚਰ ਕਿੱਦਾਂ ਦੀ ਹੈ, ਇਸੀ ਨੂੰ ਪਰਸਨੈਲਿਟੀ ਕਿਹਾ ਜਾਂਦਾ ਹੈ। ਪਰਸਨੈਲਿਟੀ ਆਪਣੀ ਨੇਚਰ ਦਾ ਉਹ ਪਾਰਟ ਹੈ ਜਿਹਦਾ ਆਪਾਂ ਨੂੰ ਪਤਾ ਚੱਲਦਾ ਕਿ ਆਪਣਾ ਸੁਭਾਅ ਕਿੱਦਾਂ ਦਾ ਹੈ, ਕਿ ਆਪਾਂ ਇੰਟਰੋਵਰਟ ਹੈ, ਐਕਸਟਰੋਵਰਟ ਹੈ। ਅੱਛਾ, ਅਗਰ ਜੇ ਆਪਾਂ ਇੰਟਰੋਵਰਟ ਹੈ ਤਾਂ ਆਪਣੇ ਅੰਦਰ ਕੀ ਖੂਬੀਆਂ ਨੇ, ਤੇ ਜੇ ਆਪਾਂ ਐਕਸਟਰੋਵਰਟ ਹੈ ਤਾਂ ਆਪਣੇ ਅੰਦਰ ਕੀ ਖੂਬੀਆਂ ਦੇਖਣ ਨੂੰ ਮਿਲਦੀਆਂ ਨੇ। ਜਿਹੜੀ ਪਰਸਨੈਲਿਟੀ ਹੈ, ਪਰਸਨੈਲਿਟੀ ਇੰਡੀਵਿਜੂਅਲ ਲੈਵਲ ਤੇ ਡਿਫਰ ਕਰਦੀ ਹੈ। ਹਰ ਇੱਕ ਇਨਸਾਨ ਦੀ ਜੋ ਪਰਸਨੈਲਿਟੀ ਹੁੰਦੀ ਹੈ ਉਹ ਦੂਸਰੇ ਇਨਸਾਨ ਤੋਂ ਬਹੁਤ ਜ਼ਿਆਦਾ ਵੱਖ ਹੁੰਦੀ ਹੈ। ਕੋਈ ਵੀ ਦੋ ਟਵਿਨਸ ਵੀ ਬਿਲਕੁਲ ਇੱਕ ਦੂਜੇ ਵਰਗੇ, ਬੇਸ਼ੱਕ ਉਹਨਾਂ ਦੀ ਸ਼ਕਲ ਜ਼ਰੂਰ ਮਿਲਦੀ ਹੈ, ਪਰ ਜਿਹੜੇ ਉਹਨਾਂ ਦੀ ਨੇਚਰ ਦਾ ਜੋ ਪਾਰਟ ਹੈ ਉਹ ਕਿਤੇ ਨਾ ਕਿਤੇ ਡਿਫਰੈਂਸ਼ੀਏਟ ਕਰਦਾ ਹੈ, ਕਿਉਂਕਿ ਕੋਈ ਵੀ ਦੋ ਇਨਸਾਨ ਸੇਮ ਨਹੀਂ ਹੋ ਸਕਦੇ ਹੈਗੇ। ਬੇਸ਼ੱਕ ਉਹ ਇੱਕੋ ਹੀ ਘਰ ਦੇ ਵਿੱਚ ਜੰਮਦੇ ਆ, ਪਲਦੇ ਆ, ਵੱਡੇ ਹੁੰਦੇ ਆ, ਸੇਮ ਹੀ ਕਲਾਸ 'ਚ ਜਾਂਦੇ ਆ, ਸੇਮ ਹੀ ਫਰੈਂਡਸ ਹੁੰਦੇ ਆ, ਪਰ ਫਿਰ ਵੀ ਇਹ ਦੇਖਣ ਨੂੰ ਮਿਲਦਾ ਹੈ ਕਿ ਜੇ ਕੋਈ ਟੂ ਟਵਿਨਸ ਵੀ ਨੇ ਔਰ ਟੂ ਸਿਬਲਿੰਗਸ ਵੀ ਨੇ ਜਿਨ੍ਹਾਂ ਦੇ ਆਲਮੋਸਟ ਸਾਰਾ ਕੁਝ ਸੇਮ ਰਿਹਾ ਹੈ, ਉਹਨਾਂ ਦਾ ਜੋ ਇਨਵਾਇਰਮੈਂਟ ਹੈ ਉਹ ਸੇਮ ਰਿਹਾ ਹੈ, ਉਹਨਾਂ ਦੇ ਮਾਂ-ਬਾਪ, ਉਹਨਾਂ ਦੇ ਰਿਸ਼ਤੇਦਾਰ ਸਭ ਕੁਝ ਸੇਮ ਹੋਣ ਦੇ ਬਾਵਜੂਦ ਵੀ ਕੋਈ ਨਾ ਕੋਈ ਉਹਨਾਂ ਦੇ ਵਿੱਚ ਫਰਕ ਦੇਖਣ ਨੂੰ ਜ਼ਰੂਰ ਮਿਲਦਾ ਹੈ। ਐਂਡ ਇਹੀ ਜੋ ਫਰਕ ਹੁੰਦਾ ਹੈ ਇਹ ਉਹਨਾਂ ਨੂੰ ਬਾਕੀਆਂ ਨਾਲੋਂ ਡਿਫਰੈਂਸ ਬਣਾ ਕੇ ਆਪਣੇ ਅੱਗੇ ਪੇਸ਼ ਕਰਦੀ ਹੈ। ਤੇ ਕੋਈ ਵੀ ਦੋ ਇਨਸਾਨ ਬਿਲਕੁਲ ਸੇਮ ਨਹੀਂ ਹੋ ਸਕਦੇ ਹੈਗੇ, ਕਿਉਂਕਿ ਜਿਹੜਾ ਉਹਨਾਂ ਦੀ ਬ੍ਰੇਨ ਹੈ, ਜਿਹੜੀ ਉਹਨਾਂ ਦੀ ਫੰਕਸ਼ਨਿੰਗ ਹੈ, ਜਿਹੜਾ ਉਹਨਾਂ ਦਾ ਸੋਚਣ ਦਾ ਤਰੀਕਾ ਹੈ, ਜਿੱਦਾਂ ਦੀ ਉਹਨਾਂ ਦੀ ਪੈਦਾਇਸ਼ੀ ਹੈ, ਤੇ ਜਿਵੇਂ ਉਹਨਾਂ ਨੂੰ ਕਿਸੇ ਚੀਜ਼ ਨੂੰ ਲੈ ਕੇ ਸਮਝਣ ਦੀ ਇੱਕ ਕਰਿਓਸਿਟੀ ਹੈ, ਉਹ ਹਰ ਇੱਕ ਦੇ ਅੰਦਰ ਡਿਫਰੈਂਟ ਇਸਟੈਬਲਿਸ਼ ਹੁੰਦੀ ਹੈ ਤੇ ਜਿਹੜੀ ਇੱਕ ਇਨਸਾਨ ਨੂੰ ਦੂਜੇ ਇਨਸਾਨ ਤੋਂ ਬਹੁਤ ਜ਼ਿਆਦਾ ਅਲੱਗ ਬਣਾਉਂਦੀ ਹੈ। ਸੋ ਪਰਸਨੈਲਿਟੀ ਨੂੰ ਇੱਦਾਂ ਦੇਖਿਆ ਜਾਂਦਾ ਹੈ ਕਿ ਪਰਸਨੈਲਿਟੀ ਹਰ ਇੱਕ ਇਨਸਾਨ ਦੇ ਵਿੱਚ ਡਿਫਰੈਂਟ ਹੁੰਦੀ ਹੈ। ਇਹ ਟਾਈਪ ਹੋ ਸਕਦੀ ਹੈ ਟ੍ਰੇਟਸ ਦੇ ਅਕੋਰਡਿੰਗ। ਟ੍ਰੇਟਸ ਹੁੰਦੀ ਹੈ ਕਿ ਜੋ ਵੀ ਇਨਸਾਨ ਦੇ ਅੰਦਰ ਮੌਜੂਦ ਕੋਈ ਨਾ ਕੋਈ ਇੱਕ ਇਹੋ ਜਿਹੀ ਪਾਰਟ ਨੇਚਰ ਦਾ, ਉਹਨੂੰ ਜਿਹੜਾ ਉਸਦੀ ਖੂਬੀ ਜਾਂ ਉਹਨਾਂ ਦੀ
ਕੋਈ ਪੋਜ਼ਿਟਿਵਿਟੀ ਜਾਂ ਇੱਕ ਨੈਗੇਟਿਵਿਟੀ ਪੇਸ਼ ਕਰਦਾ ਹੈ ਆਪਣੇ ਅੱਗੇ। ਸੋ ਟ੍ਰੇਟਸ ਉਸ ਨੂੰ ਕਿਹਾ ਜਾਂਦਾ ਹੈ ਜੋ ਹਰ ਇੱਕ ਇਨਸਾਨ ਦੇ ਅੰਦਰ ਡਿਫਰੈਂਟ ਹੁੰਦੇ ਨੇ। ਟ੍ਰੇਟਸ ਯਾਨੀ ਮੇਰੇ ਅੰਦਰ ਕਿਆ ਖੂਬੀਆਂ ਨੇ, ਮੇਰੇ ਅੰਦਰ ਕਿਆ ਖਾਮੀਆਂ ਨੇ, ਉਸ ਨੂੰ ਟ੍ਰੇਟਸ ਕਿਹਾ ਜਾਂਦਾ ਹੈ। ਸੋ ਟ੍ਰੇਟਸ ਹੋ ਸਕਦੇ ਹੈ खुश मिजाज इंसान, हेल्पिंग इंसान, या किसी दे ਲਈ ਕਾਈਂਡ ਹੋਣਾ, ਕਿਸੇ ਦੀ ਹੈਲਪ ਕਰਨਾ, ਸਟਰੋਂਗ ਹੋਣਾ, ਕਿਸੇ ਦੇ ਨਾਲ ਲੜਾਈ ਕਰਨ ਵਾਲਾ ਇਨਸਾਨ, ਜਿੱਦੀ ਹੋਣਾ, ਜ਼ਬਰਦਸਤੀ ਕਰਨ ਵਾਲਾ, ਕਿਸੇ ਨੂੰ ਕੰਟਰੋਲ ਕਰਨ ਵਾਲਾ, ਤੇ ਕਿਸੇ ਦੇ ਨਾਲ ਬਿਲਕੁਲ ਵੀ ਰਿਸਪੈਕਟਫੁਲ ਗੱਲ ਨਾ ਕਰਨਾ। ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਟ੍ਰੇਟਸ ਦਾ ਪਾਰਟ। ਤੇ ਜੋ ਟ੍ਰੇਟਸ ਹੁੰਦੇ ਨੇ ਉਹ ਆਪਣੀ ਨੇਚਰ ਨੂੰ ਦੂਸਰੇ ਇਨਸਾਨ ਦੇ ਨਾਲ ਜੇ ਆਪਾਂ ਰਿਲੇਟ ਕਰੀਏ ਤਾਂ ਉਹ ਡਿਫਰੈਂਸ਼ੀਏਸ਼ਨ ਕ੍ਰੀਏਟ ਕਰਦੀ ਹੈ। ਤੇ ਜਿਹੜੇ ਆਪਣੇ ਟ੍ਰੇਟਸ ਨੇ ਹਮੇਸ਼ਾ ਟ੍ਰੇਟਸ ਹੀ ਹੁੰਦੇ ਨੇ ਜੋ ਇਨਸਾਨ ਦੇ ਜੋ ਇੰਟਰਨਲ ਤੇ ਐਕਸਟਰਨਲ ਰਿਲੇਸ਼ਨਸ ਨੇ ਉਸ ਨੂੰ ਸਟਰੋਂਗ ਜਾਂ ਫਿਰ ਉਸ ਨੂੰ ਵੀਕ ਪੁਆਇੰਟ ਦੇ ਤੌਰ ਤੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਜੋ ਆਪਣੀ ਪਰਸਨੈਲਿਟੀ ਹੈ, ਪਰਸਨੈਲਿਟੀ ਆਪਣੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਕਿਉਂਕਿ ਜੋ ਆਪਣੀ ਪਰਸਨੈਲਿਟੀ ਹੈ ਉਹੀ ਆਪਣੀ ਨੇਚਰ ਨੂੰ ਦੂਸਰੇ ਇਨਸਾਨ ਦੇ ਨਾਲ ਤਾਂ ਡਿਫਰੈਂਸ਼ੀਏਟ ਕ੍ਰੀਏਟ ਕਰਦਾ ਹੀ ਹੈ, ਬਲਕਿ ਆਪਣੀ ਪਰਸਨੈਲਿਟੀ ਦੇ ਵਿੱਚ ਆਪਾਂ ਜੋ ਚੀਜ਼ਾਂ ਹੁੰਦੀਆਂ ਨੇ ਉਹ ਆਪਾਂ ਨੂੰ ਕਾਫੀ ਲਾਈਫ ਦੇ ਵਿੱਚ ਅੱਗੇ ਤੱਕ ਲੈ ਕੇ ਜਾ ਪਾਉਂਦੇ ਆ। ਚਾਹੇ ਫਿਰ ਉਹ ਆਪਣੀ ਲਾਈਫ ਦੇ ਵਿੱਚ ਆਉਣ ਵਾਲੀਆਂ ਕੋਈ ਓਪਰਚੁਨਿਟੀਜ਼ ਨੇ, ਚਾਹੇ ਆਪਣੇ ਲਈ ਕੋਈ ਗੇਟਵੇ ਹੈ ਤਾਂ ਕਿ ਆਪਾਂ ਇੱਕ ਪੜਾਵ ਤੋਂ ਦੂਸਰੇ ਪੜਾਵ ਤੱਕ ਪਹੁੰਚ ਸਕੀਏ। ਸੋ ਇਸ ਕਰਕੇ ਆਪਣੀ ਜਿਹੜੀ ਪਰਸਨੈਲਿਟੀ ਹੈ ਉਹ ਆਪਾਂ ਨੂੰ ਹਮੇਸ਼ਾ ਇੱਕ ਪੋਜ਼ਿਟਿਵ ਇੰਪੈਕਟ ਦਿੰਦੀ ਹੈ, ਤਾਂ ਕਿ ਆਪਾਂ ਡਿਫਰੈਂਸ਼ੀਏਟ ਕਰ ਸਕੀਏ ਕਿ ਜੋ ਮੇਰੀਆਂ ਖੂਬੀਆਂ ਹੈ ਜਾਂ ਮੇਰੀਆਂ ਖਾਮੀਆਂ ਹੈ ਉਹ ਮੈਨੂੰ ਮੇਰੀ ਲਾਈਫ ਦੇ ਵਿੱਚ ਕਿਆ ਮੋੜ ਤੇ ਖੜਾ ਕਰ ਸਕਦੀ ਹੈ, ਤੇ ਮੈਨੂੰ ਮੇਰੀ ਲਾਈਫ ਦੇ ਵਿੱਚ ਕਿਆ ਚੀਜ਼ਾਂ ਮੈਂ ਅਚੀਵ ਕਰ ਸਕਦੀ ਹਾਂ ਤੇ ਕਿਆ ਚੀਜ਼ਾਂ ਮੈਂ ਗਵਾ ਸਕਦੀ ਹਾਂ। ਇੱਕ ਪਰਸਨੈਲਿਟੀ ਹੀ ਹੁੰਦੀ ਹੈ ਜੋ ਆਪਣੀ ਜੋ ਆਪਣੀ ਨੇਚਰ ਹੈ, ਪਰਸਨੈਲਿਟੀ ਹੈ, ਉਸ ਚੀਜ਼ ਨੂੰ ਡਿਫਾਈਨ ਕਰਦੇ ਕਿ ਮੈਂ ਦੂਜੇ ਇਨਸਾਨ ਨੂੰ ਕਿੱਦਾਂ ਦੀ ਲੱਗ ਰਹੀ ਹਾਂ। ਕਿਆ ਮੇਰੀ ਜੋ ਨੇਚਰ ਹੈ ਉਹ ਦੂਸਰੇ ਲਈ ਪਲੀਜ਼ਿੰਗ ਹੈ ਜਾਂ ਨਹੀਂ ਹੈ, ਕਿਆ ਮੇਰੇ ਅੰਦਰ ਜੋ ਵੀ ਖੂਬੀਆਂ ਨੇ ਉਹ ਦੂਸਰੇ ਇਨਸਾਨ ਨੂੰ ਫਾਇਦਾ ਦੇ ਰਹੀਆਂ ਨੇ ਜਾਂ ਨਹੀਂ, ਜਾਂ ਫਿਰ ਮੇਰੇ ਲਈ ਕਿਆ ਉਹ ਨੁਕਸਾਨ ਤਾਂ ਨਹੀਂ ਕਰ ਰਹੀਆਂ ਹੈਗੀਆਂ। ਇਸੀ ਕਰਕੇ ਪਰਸਨੈਲਿਟੀ ਹੀ ਆਪਣੀ ਪਰਸਨ ਨੂੰ ਡਿਫਰੈਂਸ਼ੀਏਸ਼ਨ ਕ੍ਰੀਏਟ ਕਰਦੀ ਹੈ। ਪਰਸੋਨਾ ਜਿਵੇਂ ਕਿ ਮਾਸਕ ਤੋਂ ਆਪਾਂ ਨੂੰ ਡਿਫਾਈਨ ਕੀਤਾ ਗਿਆ ਸੀਗਾ, ਜੋ ਆਪਣੀ ਪਰਸਨੈਲਿਟੀ ਹੈ ਤੇ ਜੋ ਆਪਣੀ ਪਰਸਨੈਲਿਟੀ ਦੇ ਵਿੱਚ ਹੋਣ ਵਾਲੇ ਜਿੰਨੇ ਵੀ ਟ੍ਰੇਟਸ ਨੇ ਉਹ ਆਪਣੇ ਲਈ ਇੱਕ ਮਾਸਕ ਦਾ ਰੂਪ ਕ੍ਰੀਏਟ ਕਰਦੀ ਹੈ। ਤੇ ਜਿੰਨਾ ਵੀ ਆਪਣੇ ਟ੍ਰੇਟਸ ਨੇ ਆਪਾਂ ਹਰ ਇੱਕ ਸਾਈਡ ਤੋਂ ਆਪਾਂ ਮਾਸਕ ਆਪਣਾ ਚੇਂਜ ਕਰਦੇ ਰਹਿੰਦੇ ਹਾਂ। ਜੇ ਆਪਾਂ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਹੈ ਤਾਂ ਆਪਣੀ ਇੱਕ ਡਿਫਰੈਂਟ ਪਰਸਨੈਲਿਟੀ ਹੁੰਦੀ ਹੈ, ਜੇ ਆਪਾਂ ਆਪਣੇ ਫਰੈਂਡਸ ਦੇ ਨਾਲ ਹੈ ਆਪਣੀ ਡਿਫਰੈਂਟ ਪਰਸਨੈਲਿਟੀ ਹੁੰਦੀ ਹੈ, ਰਿਲੇਟਿਵਸ ਦੇ ਨਾਲ ਹੈ ਤਾਂ ਡਿਫਰੈਂਟ, ਐਂਡ ਆਪਣੇ ਸਕੂਲ ਜਾਂ ਫਿਰ ਆਪਣੇ ਕਾਲਜ ਇਨਵਾਇਰਨਮੈਂਟ ਦੇ ਵਿੱਚ ਤਾਂ ਆਪਣਾ ਉਹ ਡਿਫਰੈਂਟ ਰਹਿੰਦਾ ਹੈ। ਆਪਾਂ ਹਰ ਇੱਕ ਇਨਵਾਇਰਨਮੈਂਟ ਦੇ ਵਿੱਚ ਆਪਣਾ ਡਿਫਰੈਂਟ ਮਾਸਕ ਵਾਲਾ ਜਿਹੜਾ ਰੋਲ ਹੈ ਉਹ ਪਲੇ ਕਰਦੇ ਹੈ, ਤੇ ਇਹ ਜਿਹੜਾ ਆਪਣਾ ਮਾਸਕ ਹੈ ਉਹ ਆਪਾਂ ਨੂੰ ਡਿਫਰੈਂਸ਼ੀਏਟ ਕ੍ਰੀਏਟ ਕਰਦਾ ਹੈ। ਤੇ ਹਰ ਇੱਕ ਇਨਸਾਨ ਦੇ ਲਈ ਆਪਾਂ ਇੱਕ ਡਿਫਰੈਂਟ ਪਰਸਨੈਲਿਟੀ ਵਜੋਂ ਜਾਣੇ ਜਾਂਦੇ ਹਾਂ, ਕਿਉਂਕਿ ਆਪਾਂ ਹਰ ਇੱਕ ਇਨਸਾਨ ਦੇ ਨਾਲ ਸਿਮਿਲਰ ਬਿਹੇਵੀਅਰ ਨਹੀਂ ਰੱਖਦੇ ਹੈਗੇ, ਬਲਕਿ ਆਪਾਂ ਉਹ ਵੇਰੀ ਕਰਦਾ ਹੈ ਕਿ ਆਪਾਂ ਕਿਸ ਇਨਸਾਨ ਦੇ ਨਾਲ ਕਿੱਦਾਂ ਦੀ ਪਰਸਨੈਲਿਟੀ ਰਿਫਲੈਕਟ ਕਰਨੀ ਹੈ। ਜੇ ਇੱਕ ਸਟੂਡੈਂਟ ਤੇ ਟੀਚਰ ਦਾ ਰਿਲੇਸ਼ਨਸ਼ਿਪ ਹੈ ਤਾਂ ਟੀਚਰ ਆਪਣੀ ਪਰਸਨੈਲਿਟੀ ਦੇ ਵਿੱਚ ਉਹ ਟ੍ਰੇਟਸ ਲੈ ਕੇ ਆਏਗੀ ਜੋ ਉਸ ਇਨਵਾਇਰਨਮੈਂਟ ਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਏਗਾ। ਜਿਵੇਂ ਕਿ ਟੀਚਰ ਆਪਣੇ ਸਟੂਡੈਂਟਸ ਦੇ ਨਾਲ ਕਾफ़ੀ ਸਟ੍ਰਿਕਟ ਜਾਂ ਫਿਰ ਕਾफ़ੀ ਫਰੈਂਡਲੀ ਜਾਂ ਫਿਰ ਕਾफ़ੀ ज़्यादा ਇੱਕ ਨੈਗੇਟਿਵ ਰੋਲ ਵੀ ਕਈ ਵਾਰੀ ਪਲੇ ਕਰ ਜਾਂਦੇ ਨੇ, ਕਈ ਵਾਰੀ ਪੋਜ਼ੀਟਿਵ ਰੋਲ ਪਲੇ ਕਰ ਜਾਂਦੇ ਨੇ। ਸੋ ਇਹ ਇਸ ਕਰਕੇ ਹੁੰਦਾ ਹੈ ਤਾਂ ਕਿ ਉਹ ਜਿਹੜਾ ਸਟੂਡੈਂਟ ਹੈ ਉਸਨੂੰ ਇੱਕ ਡਿਸਿਪਲਿਨ ਕ੍ਰੀਏਟ ਕਰ ਸਕਣ। ਕਈ ਵਾਰੀ ਉਸੀ ਚੀਜ਼ ਨੂੰ ਬੱਚਾ ਨੈਗੇਟਿਵ ਵੇ ਦੇ ਵਿੱਚ ਲੈ ਜਾਂਦਾ ਹੈ, ਕਈ ਵਾਰੀ ਉਸੀ ਚੀਜ਼ ਨੂੰ ਪੋਜ਼ੀਟਿਵ ਵੇ ਦੇ ਵਿੱਚ ਲੈ ਜਾਂਦਾ ਹੈ। ਬਲਕਿ ਜਿਹੜਾ ਇੱਕ ਸਟੂਡੈਂਟ ਤੇ ਟੀਚਰ ਦਾ ਰਿਲੇਸ਼ਨਸ਼ਿਪ ਹੈ, ਟੀਚਰ ਆਲਵੇਜ਼ ਵਾਂਟਸ ਕਿ ਜਿਹੜਾ ਉਸਦਾ ਸਟੂਡੈਂਟ ਹੈ ਉਹ ਡਿਸਿਪਲਿਨਡ ਰਵੇ, ਨੌਲੇਜ ਅਟਰੈਕਟ ਕਰ ਸਕੇ ਤੇ ਆਪਣੀ ਲਾਈਫ ਦੇ ਵਿੱਚ ਅੱਛੇ ਡੀਡਸ ਕਰ ਸਕੇ। ਇਸ ਕਰਕੇ ਟੀਚਰ ਦਾ ਜਿਹੜਾ ਬਿਹੇਵੀਅਰ ਹੈ ਸਟੂਡੈਂਟਸ ਦੇ ਨਾਲ, ਕਈ ਵਾਰ ਉਹ ਸਟ੍ਰਿਕਟ ਹੁੰਦਾ ਹੈ, ਕਈ ਵਾਰ ਨੈਗੇਟਿਵ ਰਹਿੰਦਾ ਹੈ, ਕਈ ਵਾਰ ਪੋਜ਼ੀਟਿਵ ਰਹਿੰਦਾ ਹੈ। ਉਹ ਡਿਪੈਂਡ ਕਰਦਾ ਹੈ ਉਸ ਸਿਚੁਏਸ਼ਨ ਤੇ, ਜਿਸ ਸਿਚੁਏਸ਼ਨ ਦੇ ਵਿੱਚ ਸਟੂਡੈਂਟ ਤੇ ਟੀਚਰ ਦਾ ਜਿਹੜਾ ਰੋਲ ਹੈ ਉਹ ਪਲੇ ਹੋ ਰਿਹਾ ਹੈ। ਤੇ ਜਿਹੜਾ ਸਟੂਡੈਂਟ ਹੈ ਤਾਂ ਕਿ ਉਸਦੇ ਲਈ ਜੋ ਚੀਜ਼ ਜ਼ਿਆਦਾ ਵਧੀਆ ਹੈ, ਜੋ ਚੀਜ਼ ਬੱਚੇ ਦੇ ਲਈ ਜ਼ਿਆਦਾ ਇੰਪੋਰਟੈਂਟ ਤੇ ਪੋਜ਼ੀਟਿਵ ਇਨਵਾਇਰਨਮੈਂਟ ਕ੍ਰੀਏਟ ਕਰ ਸਕਦੀ ਹੈ, ਉਸੇ ਤਰ੍ਹਾਂ ਦਾ ਇੱਕ ਟੀਚਰ ਰੋਲ ਪਲੇ ਕਰਦੀ ਹੈ। ਸਿਮਿਲਰਲੀ ਇੱਕ ਮਦਰ ਤੇ ਇੱਕ ਚਾਈਲਡ ਦਾ ਜਿਹੜਾ ਰਿਲੇਸ਼ਨਸ਼ਿਪ ਹੈ, ਕਈ ਵਾਰ ਮਦਰ ਵੀ ਬੱਚੇ ਦੇ ਨਾਲ ਨੈਗੇਟਿਵ, ਕਈ ਵਾਰੀ ਪੋਜ਼ੀਟਿਵ, ਕਈ ਵਾਰ ਸਟ੍ਰਿਕਟ, ਕਈ ਵਾਰ ਫਰੈਂਡਲੀ ਤੇ ਕਈ ਵਾਰੀ ਟਾਈਮ ਆਉਣ ਤੇ ਉਸਦੇ ਨਾਲ ਕਾਫੀ ਜ਼ਿਆਦਾ
न्यूट्रल बिहेव करते हैं ये इस करके क्योंकि जो वो सिचुएशन डिमांड करता है अपनी पर्सनैलिटी भी उस इंसान ਦੇ ਨਾਲ ਉਦਾਂ ਹੀ ਨਿਕਲ ਕੇ ਆਉਂਦੀ ਹੈ ਪਰ ਹਮੇਸ਼ਾ ਪਰਸਨੈਲਿਟੀ ਆਪਾਂ ਆਪਣੀ ਬੈਸਟ ਸੈਲਫ ਹੀ ਦਿੰਦੇ ਹੈ ਸੋ ਦੈਟ ਜੋ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਜਿੱਦਾਂ ਦੀ ਇੱਕ ਇਨਵਾਇਰਮੈਂਟਲ ਸਿਚੁਏਸ਼ਨ ਆਪਣੇ ਲਈ ਕ੍ਰੀਏਟ ਕਰ ਰਹੀ ਹੈ ਤਾਂ ਕਿ ਆਪਾਂ ਆਪਣਾ ਜੋ ਵੀ ਇਨਵਾਇਰਮੈਂਟ ਹੈ ਆਪਾਂ ਉੱਦਾਂ ਹੀ ਉਸ ਚੀਜ਼ ਨੂੰ ਕਰ ਸਕੀਏ ਬਣਾ ਸਕੀਏ ਤਾਂ ਕਿ ਉਹ ਸਿਚੁਏਸ਼ਨ ਆਪਣੇ ਫੇਵਰ ਦੇ ਵਿੱਚ ਵਰਕ ਕਰੇ ਐਂਡ ਦੈਟਸ ਹਾਊ ਆਰ ਟ੍ਰੇਡਸ ਹੈਲਪਸ ਕਿ ਜਿਹੜੀ ਸਿਚੁਏਸ਼ਨ ਆਪਣੇ ਅੱਗੇ ਆਈ ਹੈ ਆਪਾਂ ਉਸ ਸਿਚੁਏਸ਼ਨ ਦੇ ਨਾਲ ਕਿੱਦਾਂ ਆਪਾਂ ਡੀਲ ਕਰ ਸਕੀਏ ਇਨਸਾਨ ਕੁਝ ਕਾਫੀ ਜ਼ਿਆਦਾ ਇੰਟਰਵਰਟ ਹੁੰਦੇ ਹੈ ਕਾਫੀ ਲੋਕ ਐਕਸਟਰੋਵਰਟ ਹੁੰਦੇ ਹੈ ਤੇ ਇਹ ਨੇਚਰ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਹੁੰਦੀ ਹੈਗੀ ਬਲਕਿ ਉਹਨਾਂ ਦੀ ਪਰਵਰਿਸ਼ ਤੇ ਉਹਨਾਂ ਦਾ ਜੋ ਵੀ ਇਨਵਾਇਰਮੈਂਟ ਜਿਸ ਦੇ ਵਿੱਚ ਬੱਚਾ ਰਹਿੰਦਾ ਹੈ ਜਾਂ ਜਾਣਾ ਚਾਹੁੰਦਾ ਹੈ ਜਾਂ ਰਹਿੰਦਾ ਹੈ ਜਾਂ ਜਿਹੋ ਜਿਹੇ ਉਸਦੇ ਦੋਸਤ ਹੁੰਦੇ ਨੇ ਜਿਹੋ ਜਿਹੀ ਉਸਦੀ ਕੰਪਨੀ ਹੁੰਦੀ ਆ ਉਸਦੇ ਅਕੋਰਡਿੰਗ ਉਹਨਾਂ ਦੀ ਜਿਹੜੀ ਫਸਟ 6 ਇਅਰਸ ਹੁੰਦੇ ਨੇ ਲਾਈਫ ਦੇ ਵਿੱਚ ਉਹਨਾਂ ਦੀ ਜੋ ਪਰਸਨੈਲਿਟੀ ਹੈ ਉਹ ਡਿਵੈਲਪ ਹੋ ਜਾਂਦੀ ਹੈ ਇੰਟਰਵਰਟ ਹੁੰਦੇ ਨੇ ਜਿਹੜੇ ਕਾਫੀ ਜ਼ਿਆਦਾ ਚੁੱਪ ਰਹਿੰਦੇ ਨੇ ਤੇ ਕਾਫੀ ਜ਼ਿਆਦਾ ਸਿਲੈਕਟਿਵ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੋਚਦੇ ਨੇ ਕਿ ਕਿੱਦਾਂ ਦੀ ਚੀਜ਼ਾਂ ਦੇ ਵਿੱਚ ਮੈਨੂੰ ਆਪਣੀ એનર્ਜੀ ਰੱਖਣੀ ਚਾਹੀਦੀ ਹੈ ਕਰਨਾ ਚਾਹੀਦਾ ਹੈ ਮੇਰੀ એનર્ਜੀ ਕਿੱਥੇ ਜ਼ਿਆਦਾ ਨਿਕਲਣੀ ਚਾਹੀਦੀ ਹੈ ਤੇ ਕਿੱਥੇ ਮੈਂ ਆਪਣੀ એનર્ਜੀ ਨੂੰ ਪ੍ਰੀਜ਼ਰਵ ਕਰ ਸਕਦਾ ਹੈ ਉਹ ਇੰਟਰੋਵਰਟ ਲੋਕ ਹੁੰਦੇ ਨੇ ਜੋ ਕਿ ਜ਼ਿਆਦਾ ਦੋਸਤ ਨਹੀਂ ਬਣਾਉਂਦੇ ਉਹਨਾਂ ਦੇ ਇੱਕ ਜਾਂ ਦੋ ਜ਼ਿਆਦਾ ਤੋਂ ਜ਼ਿਆਦਾ ਤਿੰਨ ਦੋਸਤ ਹੁੰਦੇ ਨੇ ਜੋ ਕਿ ਉਹਨਾਂ ਦੇ ਕਾਫੀ ਕਲੋਜ਼ ਹੁੰਦੇ ਨੇ ਤੇ ਉਹਨਾਂ ਦੀ ਜਿਹੜੀ ਇੱਕ ਇਨਵਾਇਰਮੈਂਟਲ ਲੈਵਲ ਤੇ ਜੋ ਉਹਨਾਂ ਦਾ ਇੱਕ ਐਕਸਪੋਜ਼ਰ ਹੁੰਦਾ ਹੈ ਉਹ ਸਿਰਫ ਇਹੀ ਦੋ ਤਿੰਨ ਇਨਸਾਨ ਤੱਕ ਹੀ ਹੁੰਦਾ ਹੈ ਤੇ ਆਪਣਾ ਬਿਲਕੁਲ ਐਕਸਪ੍ਰੈਸ ਜੋ ਕਰਨਾ ਚਾਹੁੰਦੇ ਹੋ ਸਿਰਫ ਆਪਣੇ ਦੋ ਤਿੰਨ ਇਨਸਾਨ ਨੂੰ ਹੀ ਕਰਕੇ ਖੁਸ਼ ਹੁੰਦੇ ਆ ਕਈ ਵਾਰ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਇੰਟਰੋਵਰਟ ਲੋਕ ਹੁੰਦੇ ਨੇ ਵੀ ਹੈਵ ਸੀਨ ਦੈਮ ਕਿ ਸਿਰਫ ਉਹ ਇੱਕੋ ਹੀ ਫਰੈਂਡ ਦੇ ਨਾਲ ਹੀ ਖੁਸ਼ ਹੁੰਦੇ ਨੇ ਤੇ ਆਪਣੀ ਜਿਹੜੀ ਦੋਸਤੀ ਦਾ ਜਿਹੜਾ ਇੱਕ ਦਾਇਰਾ ਹੈ ਉਹ ਸਿਰਫ ਉਹ ਇੱਕ ਜਾਂ ਦੋ ਦੋਸਤ ਦੇ ਨਾਲ ਹੀ ਰੱਖ ਕੇ ਖੁਸ਼ ਹੁੰਦੇ ਨੇ ਤੇ ਉਹ ਆਪਣੇ ਆਪ ਨੂੰ ਜ਼ਿਆਦਾ ਐਕਸਪ੍ਰੈਸ ਲੋਕਾਂ ਅੱਗੇ ਨਹੀਂ ਕਰਦੇ ਹੈਗੇ ਬਿਕੋਜ਼ ਦੇ ਫੀਲ ਲਾਈਕ ਕਿ ਮੈਂ ਆਪਣੀ એનર્ਜੀ ਜ਼ਿਆਦਾ ਲੋਕਾਂ ਦੇ ਵਿੱਚ ਕਿਉਂ ਵੇਸਟ ਕਰਾਂ ਬੇਸਿਕਲੀ ਉਹਨਾਂ ਨੂੰ ਲੋਕ ਪਸੰਦ ਨਹੀਂ ਹੁੰਦੇ ਹੈਗੇ ਉਹ ਜ਼ਿਆਦਾ ਲੋਕਾਂ ਦੇ ਨਾਲ ਇੰਟਰੈਕਟ ਕਰਨਾ ਗੱਲ ਕਰਨਾ ਜ਼ਿਆਦਾ ਵਧੀਆ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਤੇ ਜਿਹੜੇ ਐਕਸਟਰੋਵਰਟ ਲੋਕ ਹੁੰਦੇ ਨੇ ਉਹ ਬਿਲਕੁਲ ਓਪੋਜ਼ਿਟ ਹੁੰਦੇ ਨੇ ਫਰੋਮ ਦੀ ਇੰਟਰੋਵਰਟ ਪੀਪਲ ਐਕਸਟਰੋਵਰਟ ਕਾਫੀ ਜ਼ਿਆਦਾ ਖੁਸ਼ ਮਿਜ਼ਾਜ ਹੁੰਦੇ ਨੇ ਉਹ ਜ਼ਿਆਦਾ ਖੁਸ਼ੀ ਆਪਣੀ ਲੋਕਾਂ ਦੇ ਨਾਲ ਰਹਿ ਕੇ ਤੇ ਉਹਨਾਂ ਨੂੰ ਆਪਣੀਆਂ ਗੱਲਾਂ ਸ਼ੇਅਰ ਕਰਕੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਉਹ ਬਹੁਤ ਜ਼ਿਆਦਾ ਐਕਸਟਰੋ ਲਾਈਕ ਐਕਸਟਰਨਲ ਲੈਵਲ ਤੇ ਕਾਫੀ ਜ਼ਿਆਦਾ ਓਪਨ ਮਾਈਂਡਡ ਹੁੰਦੇ ਨੇ ਤੇ ਐਕਸਟਰਨਲ ਜਿਹੜੇ ਉਹਨਾਂ ਦੇ ਸੋਰਸਿਸ ਹੁੰਦੇ ਨੇ ਉਹਨਾਂ ਤੋਂ ਜ਼ਿਆਦਾ ਉਹਨਾਂ ਨੂੰ ਅੱਛਾ ਫੀਲ ਹੁੰਦਾ ਹੈ ਐਂਡ ਉਹਨਾਂ ਨੂੰ ਜਿਹੜੀ એનર્ਜੀ ਹੈ ਉਹ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਰਹਿ ਕੇ ਗੱਲਾਂ ਬਾਤਾਂ ਕਰਕੇ ਜਦੋਂ ਉਹਨਾਂ ਦੇ ਬਹੁਤ ਜ਼ਿਆਦਾ ਦੋਸਤ ਹੁੰਦੇ ਨੇ ਜ਼ਿਆਦਾ ਇਹ ਗਰੁੱਪਸ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਤੇ ਆਪਾਂ ਅਕਸਰ ਇਹੋ ਜਿਹੇ ਲੋਕ ਆਪਣੇ ਆਸ-ਪਾਸ এনवायरमेंट ਦੇ ਵਿੱਚ ਵੀ ਦੇਖੇ ਨੇ ਜਿਨ੍ਹਾਂ ਨੂੰ ਆਪਾਂ ਇੰਟਰੋਵਰਟ ਵਾਲੀ ਕੈਟਾਗਰੀਜ਼ ਦੇ ਵਿੱਚ ਵੀ ਪੁੱਟ ਇਨ ਕਰ ਸਕਦੇ ਹਾਂ ਤੇ ਜਿਨ੍ਹਾਂ ਨੂੰ ਆਪਾਂ ਐਕਸਟਰੋਵਰਟ ਵਾਲੀ ਕੈਟਾਗਰੀ ਦੇ ਵਿੱਚ ਵੀ ਰੱਖ ਸਕਦੇ ਹਾਂ ਸੋ ਇੱਦਾਂ ਦੇ ਲੋਕ ਆਪਣੇ ਚਾਹੇ ਕਲਾਸ ਦੇ ਵਿੱਚ ਚਾਹੇ ਆਪਣੇ ਰਿਲੇਟਿਵਸ ਦੇ ਵਿੱਚ ਚਾਹੇ ਫਿਰ ਆਪਾਂ ਆਪਣੇ ਘਰ ਦੇ ਵਿੱਚ ਹੀ ਕਿਉਂ ਨਾ ਦੇਖੀਏ ਇਹੋ ਜਿਹੇ ਲੋਕ ਆਪਾਂ ਨੂੰ ਨਾਰਮਲ ਲੈਵਲ ਤੇ ਦੇਖਣ ਨੂੰ ਜ਼ਰੂਰ ਮਿਲ ਜਾਂਦੇ ਨੇ ਸੋ ਐਕਸਟਰੋਵਰਟ ਲੋਕ ਬਿਲਕੁਲ ਹੀ ਇੰਟਰੋਵਰਟ ਲੋਕਾਂ ਤੋਂ ਡਿਫਰੈਂਟ ਹੁੰਦੇ ਨੇ ਐਂਡ ਦੇ ਹੈਵ ਦੈਟ ਟੈਂਡੈਂਸੀ ਟੂ ਪੁੱਟ देयर ਵੌਇਸ ਆਊਟਸਾਈਡ ਇਹ ਇਹਨਾਂ ਦੇ ਅੰਦਰ ਜਿਹੜੀ ਇੱਕ ਲੀਡਰਸ਼ਿਪ ਕੁਆਲਿਟੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤੇ ਇਹਨਾਂ ਦੇ ਕੋਲ ਇੱਕ ਪਾਵਰ ਹੁੰਦੀ ਹੈ ਲਾਈਕ ਦੇ ਫੀਲ ਦੈਟ ਦੇ ਆਰ ਸਟਰੋਂਗ ਇਨਫ ਤੇ ਇਹ ਲੀਡਰਸ਼ਿਪ ਕਾਫੀ ਜ਼ਿਆਦਾ ਵਧੀਆ ਨਿਭਾ ਪਾਉਂਦੇ ਨੇ ਤੇ ਆਪਣੀ ਆਵਾਜ਼ ਰੱਖ ਪਾਉਂਦੇ ਨੇ ਜੋ ਵੀ ਬੋਲਣਾ ਚਾਹੁੰਦੇ ਆਪਣਾ ਹਾਰਟ ਆਊਟ ਕਰਦੇ ਨੇ ਮਤਲਬ ਦੇ ਲਿਟਰਲੀ speak their heart out they tell whatever they want to tell they say whatever they want to do ਮਤਲਬ ਜੋ ਇੰਟਰੋਵਰਟ ਲੋਕ ਜੋ ਹਿਚਕਿਚਾਹਟ ਰੱਖਦੇ ਨੇ ਐਕਸਟਰੋਵਰਟ ਲੋਕ ਉਹਨਾਂ ਉਸ ਚੀਜ਼ ਨੂੰ ਜੋ ਵੀ ਉਹਨਾਂ ਦੇ ਮਾਈਂਡ ਦੇ ਵਿੱਚ ਆਉਂਦਾ ਨਾਲ ਦੇ ਨਾਲ ਉਸ ਨੂੰ ਐਕਸ਼ਨ ਦੇ ਵਿੱਚ ਚੇਂਜ ਕਰ ਲੈਂਦੇ ਨੇ ਨੈਕਸਟ ਇਜ਼ ਦੀ ਥਿਊਰੀਜ਼ ਆਫ ਪਰਸਨੈਲਿਟੀਜ਼ ਹੁਣ ਅਸੀਂ ਪਰਸਨੈਲਿਟੀ ਨੂੰ ਐਕਸਪਲੇਨ ਕਰਨ ਦੇ ਲਈ ਵੀ ਹੈਵ ਸਰਟਨ ਥਿਊਰੀਜ਼ theories of personalities so काफ़ी सारे psychologists रहे clinical psychologist रहे humanistic psychologist counseling psychologist they all came to reflect on the theories of personality and how personality reflects our human nature individual differences ਤੇ ਕਿੱਦਾਂ ਆਪਣੀ ਜਿਹੜੀ qualities ਨੇ ਉਹ ਆਪਾਂ ਐਜ਼ ਅ ਫਾਰਮ ਆਫ ਟ੍ਰੇਡਸ ਆਪਾਂ ਕਿੱਦਾਂ ਆਪਣੇ ਸੋਸਾਇਟੀ ਦੇ ਅੱਗੇ ਰੱਖ ਪਾਉਂਦੇ ਤੇ ਜਿੰਨੇ ਵੀ ਆਪਣੇ ਟ੍ਰੇਡਸ ਹੈ ਉਹ ਆਪਣੇ ਲਈ ਤੇ ਆਪਣੇ ਆਸ-ਪਾਸ ਵਾਲੇ ਲੋਕਾਂ ਦੇ ਲਈ ਉਹੀ ਸੇਮ ਟ੍ਰੇਡਸ ਕਿੱਦਾਂ ਹੈਲਪਫੁਲ ਰਹਿੰਦੇ ਨੇ ਤੇ ਕਿੱਦਾਂ ਟਾਈਮ ਆਉਣ 'ਤੇ ਉਹ ਆਪਣੇ ਲਈ ਗਲਤ ਵੀ ਰਹਿ ਸਕਦੇ ਨੇ ਤੇ ਅੱਛੇ ਵੀ ਹੁੰਦੇ ਨੇ ਕਾਫੀਆਂ ਚੀਜ਼ਾਂ ਇੱਦਾਂ ਰਹਿੰਦੀਆਂ ਨੇ ਕਿ ਜੋ ਆਪਣੀ ਪਰਸਨੈਲਿਟੀ ਡਿਫਾਈਨ ਕਰ ਤਾਂ ਪਾਉਂਦੀ ਹੈ ਪਰ ਉਹ ਚੀਜ਼ ਦਾ ਫਾਇਦਾ ਆਪਾਂ ਨਹੀਂ ਉਠਾ ਪਾਉਂਦੇ ਹੈਗੇ ਕਈ ਵਾਰ ਉਹੀ ਫਾਇਦਾ ਖੁਦ ਦੇ ਨਾਲ ਨਾਲ ਆਪਾਂ ਦੂਸਰਿਆਂ ਨੂੰ ਵੀ ਦੇ ਪਾਉਂਦੇ ਹਾਂ so this is how our personalities work our personalities reflect to the society
So Freud gave the first personality theory. Sigmund Freud was the first psychologist who contributed a lot in the field of psychology. He was the one जिन्हों ने psychology ਨੂੰ ਕਾਫੀ ਜ਼ਿਆਦਾ theories ਦਿੱਤੀਆਂ ਤੇ ਉਹਨਾਂ ਨੇ psychoanalysis theory ਨੂੰ ਸਾਡੇ ਅੱਗੇ ਲੈ ਕੇ ਆਂਦਾ ਤੇ ਅੱਜ ਤੱਕ ਉਹ theory ਆਪਣੇ theoretical perspectives ਦੇ ਲਈ यूज़ ਕੀਤੀ ਜਾਂਦੀ ਹੈ ਆਪਣੇ ਸਿਲੇਬਸ ਦੇ ਵਿੱਚ ਆਪਣੇ ਡੇਟਾ ਦੇ ਵਿੱਚ ਆਪਾਂ ਦੇਖ ਪਾਉਂਦੇ ਹਾਂ ਕਿ ਜਿੰਨੀ ਵੀ ਫਰॉइड ਨੇ ਐਕਸਪਲੇਨੇਸ਼ਨਸ ਦਿੱਤੀ ਹੈ ਔਨ ਦ ਫੀਲਡ ਆਫ ਪਰਸਨੈਲਿਟੀ ਦੇ ਬੇਸਿਸ ਤੇ ਜਿੰਨਾ ਵੀ ਉਹਨਾਂ ਨੇ ਆਪਣੀ ਕੰਟਰੀਬਿਊਸ਼ਨ ਦਿੱਤੀ ਹੈ ਉਨੀ ਘੱਟ ਹੈ ਤੇ ਇਹੀ ਜੋ ਉਹਨਾਂ ਦੀ ਥਿਊਰੀ ਨੂੰ ਲੈ ਕੇ ਜੋ ਵੀ ਬਾਕੀ ਥਿਊਰਿਸਟਸ ਨੇ ਗੱਲ ਕੀਤੀ ਹੈ ਇਸ ਤੋਂ ਕਾਫੀ ਫਾਇਦਾ ਮਿਲਿਆ ਗਿਆ ਹੈ ਇਹਨਾਂ ਦੀ ਇਨਵੈਂਸ਼ਨਸ ਤੋਂ ਬਾਅਦ ਇਹਨਾਂ ਦੀ ਥਿਊਰੀਜ਼ ਤੋਂ ਬਾਅਦ ਜਿੰਨੇ ਵੀ ਬਾਕੀ ਥਿਊਰਿਸਟਸ ਆਏ ਸਾਈਕੋਲੋਜਿਸਟ ਆਏ ਉਹਨਾਂ ਨੇ ਇਹਨਾਂ ਦੀ ਹੀ ਥਿਊਰੀਜ਼ ਦੇ ਵਿੱਚੋਂ ਥੋੜਾ ਜਿਹਾ ਪਿੰਚ ਲੈ ਕੇ ਆਪਣੀ ਜਿੰਨੀ ਵੀ ਥਿਊਰੀ ਉਹਨਾਂ ਨੇ ਅੱਗੇ ਆਪਣੇ ਮਾਡਰਨ ਸਾਇੰਟੀਫਿਕਲ ਤੇ ਮਾਡਰਨ ਥਿਊਰੀਜ਼ ਦੇ ਬੇਸਿਸ ਤੇ ਜੋ ਵੀ ਰਿਫਲੈਕਟ ਕੀਤਾ ਉਹ ਫਰॉइड ਦੀ ਥਿਊਰੀ ਦੇ ਵਿੱਚੋਂ ਕੋਈ ਨਾ ਕੋਈ ਪਾਰਟ ਜ਼ਰੂਰ ਉਹਨਾਂ ਦੇ ਵਿੱਚ ਵੀ ਸ਼ਾਮਿਲ ਹੈ ਤੇ ਕਾਫੀ ਜ਼ਿਆਦਾ ਕੰਟਰੋਵਰਸੀਜ਼ ਵੀ ਕ੍ਰੀਏਟ ਹੋਈਆਂ ਇਨ ਦ ਫਰॉइड्स ਥਿਊਰੀਜ਼ ਜਿੰਨੀਆਂ ਵੀ ਉਹਨਾਂ ਨੇ ਸਾਈਕੋਐਨਾਲਿਸਿਸ ਥਿਊਰੀਜ਼ ਦੇ ਵਿੱਚ ਜੋ ਵੀ ਇਨਪੁਟ ਆਪਣਾ ਦਿੱਤਾ ਕਾਫੀ ਜ਼ਿਆਦਾ ਲੋਕਾਂ ਦੇ ਮਿਕਸਡ ਰਿਵਿਊਜ਼ ਰਹੇ ਸੀਗੇ ਇਹ ਵੀ ਕਾਫੀ ਸੁਣਨ ਨੂੰ ਮਿਲਿਆ ਸੀਗਾ ਕਿ ਇਹਨਾਂ ਦੀ ਥਿਊਰੀ ਫਰॉइड ਦੀ ਥਿਊਰੀ ਇਜ਼ ਨਾਟ ਰੈਲੇਵੈਂਟ ਇਹ ਝੂਠੀ ਹੈ ਤੇ ਇਸ ਦੇ ਉੱਤੇ ਕਾਫੀ ਜ਼ਿਆਦਾ ਕੰਟਰੋਵਰਸੀਜ਼ ਕੀਤੀਆਂ ਗਈਆਂ ਕਾਫੀ ਇਸ ਨੂੰ ਕਲੇਮ ਕੀਤਾ ਗਿਆ ਕਿ ਥੀਸ ਥਿਊਰੀਜ਼ ਆਰ ਨਾਟ ਜ਼ਿਆਦਾ ਜ਼ਰੂਰਤਮੰਦ ਨਹੀਂ ਹੈਗੀ ਥੀਸ ਥਿਊਰੀਜ਼ ਆਰ ਰੋਂਗ ਤੇ ਹਰ ਇੱਕ ਦਾ ਆਪਣਾ ਆਪਣਾ ਪਰਸਪੈਕਟਿਵ ਰਿਹਾ ਸੀਗਾ ਤੇ ਇਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ ਸੀਗੀਆਂ ਸਿਗਮੰਡ ਫਰॉइड ਦੀ ਥਿਊਰੀਜ਼ ਸੋ ਆਰ ਫਰਸਟ ਥਿਊਰੀ ਇਜ਼ Freud's personality theory. So he explained Freud explained this theory on the basis of mind कि जो अपना एक इंसान का जो एक माइंड है जो अपन एक नैचुरल लैवल ते जो अपन ये चीज़ एक मनुख ਨੂੰ ਇਹ ਚੀਜ਼ ਮਿਲੀ ਗਈ ਹੈ ਕਿ ਜੋ ਇੱਕ ਦਿਮਾਗ ਹੈ ਦਿਮਾਗ ਆਪਣਾ ਇਹ ਦਿਮਾਗ ਫੰਕਸ਼ਨ ਕਿੱਦਾਂ ਕਰਦਾ ਹੈ ਤੇ ਇਹੀ ਦਿਮਾਗ ਹੈ ਜੋ ਆਪਾਂ ਨੂੰ ਐਨੀਮਲਸ ਤੋਂ ਜਾਂ ਆਪਣੇ ਜਿਹੜੇ ਵੀ ਹੋਰ ਚੀਜ਼ਾਂ ਜਿਹੜੀਆਂ ਆਪਣੀ ਸੋਸਾਇਟੀ ਦੇ ਵਿੱਚ ਆਪਣੇ ਜਿਹੜੇ ਪਲਾਂਟਸ ਨੇ ਐਨੀਮਲਸ ਨੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬੇਸ਼ੱਕ ਜਾਨ ਤਾਂ ਹੈਗੀ ਹੈ ਪਰ ਜੋ ਇੱਕ ਇਨਸਾਨ ਹੈ ਸਿਰਫ ਉਹੀ ਇੱਕ ਮਨੁੱਖੀ ਜਾਮਾ ਇੱਕ ਇਹੋ ਜਿਹਾ ਹੈ ਜਿਹਦੇ ਵਿੱਚ ਦਿਮਾਗ ਹੈ ਤੇ ਦਿਮਾਗ ਨੂੰ ਆਪਾਂ ਬਖੂਬੀ ਤਰੀਕੇ ਦੇ ਨਾਲ ਯੂਜ਼ ਕਰ ਪਾਉਂਦੇ ਹਾਂ ਐਨੀਮਲਸ ਵੀ ਉਸ ਚੀਜ਼ ਨੂੰ ਉਹਨੇ ਤਰੀਕੇ ਦੇ ਨਾਲ ਯੂਜ਼ ਨਹੀਂ ਕਰ ਪਾਉਂਦੇ ਹੈਗੇ ਜਿੰਨਾ ਇੱਕ ਇਨਸਾਨ ਉਸ ਚੀਜ਼ ਨੂੰ ਯੂਜ਼ ਕਰ ਪਾਉਂਦਾ ਹੈ ਤੇ ਜੇ ਆਪਾਂ ਨੂੰ ਮਨੁੱਖੀ ਜਾਮਾ ਮਿਲਿਆ ਹੈ ਤਾਂ ਕਿਉਂ ਨਾ ਉਹਨਾਂ ਦੇ ਅਕੋਰਡਿੰਗ ਉਹਨਾਂ ਨੇ ਕਿਹਾ ਸੀ ਕਿ ਕਿਉਂ ਨਾ ਉਸ ਚੀਜ਼ ਨੂੰ ਇੰਨਾ ਕੁ ਯੂਜ਼ ਕੀਤਾ ਜਾਵੇ ਕਿ ਜਿਹੜੀ ਆਪਣੀ ਲਾਈਫ ਦੀ ਇੱਕ ਨੀਡ ਹੈ ਕਿ ਜਿੱਦਾਂ ਆਪਾਂ ਇਸ ਦੁਨੀਆ ਤੇ ਪੈਦਾ ਹੋਇਆ ਤਾਂ ਕਿਉਂ ਨਾ ਜੋ ਚੀਜ਼ ਆਪਾਂ ਨੂੰ ਇੱਕ ਫਲ ਦੇ ਤੌਰ ਤੇ ਮਿਲੀ ਗਈ ਹੈ ਉਸ ਚੀਜ਼ ਨੂੰ ਆਪਾਂ ਬਖੂਬੀ ਤਰੀਕੇ ਦੇ ਨਾਲ ਯੂਜ਼ ਕਰ ਸਕੀਏ ਆਪਣੀ ਲਾਈਫ ਦੇ ਵਿੱਚ ਸੋ ਹੀ ਐਕਸਪਲੇਨਡ ਹਿਸ ਥਿਊਰੀ ਔਨ ਦ ਬੇਸਿਸ ਆਫ ਮਾਈਂਡ ਦ ਸਾਈਕੀ ਕਿ ਆਪਣਾ ਜਿਹੜਾ ਦਿਮਾਗ ਆ ਉਹ ਕੰਮ ਕਿੱਦਾਂ ਕਰਦਾ ਉਹਨਾਂ ਨੇ ਆਪਣੇ ਦਿਮਾਗ ਨੂੰ 3 ਹਿੱਸਿਆਂ ਦੇ ਵਿੱਚ ਐਕਸਪਲੇਨ ਕਰਦੇ ਹੋਏ ਦੱਸਿਆ ਕਿ ਪਹਿਲਾ ਹੈ ਟੋਪੋਗ੍ਰਾਫਿਕਲ ਮਾਡਲ ਆਫ ਦ ਸਾਈਕੀ ਜਿਸ ਦੇ ਵਿੱਚ ਉਹਨਾਂ ਨੇ ਮਾਈਂਡ ਨੂੰ ਐਕਸਪਲੇਨ ਕੀਤਾ ਕਿ ਦਿਮਾਗ ਆਖਿਰ ਹੈ ਕਿਆ ਤੇ ਦਿਮਾਗ ਆਖਿਰ ਕੰਮ ਕਰਦਾ ਕਿੱਦਾਂ ਹੈ ਤੇ ਦਿਮਾਗ ਦੇ ਵਿੱਚ ਜੋ ਵੀ ਆਪਣੀ ਚੀਜ਼ਾਂ ਆਪਣੇ ਪੁਆਇੰਟਸ ਚੱਲਦੇ ਆਉਂਦੇ ਨੇ ਜੋ ਵੀ ਸੋਚ ਚੱਲਦੀ ਆ ਉਹ ਕਿੱਥੋਂ ਆਉਂਦੀ ਹੈ ਕਿੱਦਾਂ ਬਣਦੀ ਹੈ ਤੇ ਉਹੀ ਸੋਚ ਆਪਾਂ ਅੱਗੇ ਕਿੱਦਾਂ ਆਪਾਂ ਦੇ ਲਈ ਹੈਲਪਫੁਲ ਰਹਿੰਦੀ ਹੈ ਤੇ ਕਿੱਦਾਂ ਜਿਹੜੀ ਵੀ ਆਪਣੀ ਮੈਮਰੀ ਹੈ ਜੋ ਵੀ ਆਪਣੀ ਸੋਚ ਹੈ ਜੋ ਵੀ ਆਪਾਂ ਸੋਚਦੇ ਜੋ ਆਪਣੇ ਅੰਦਰ ਦੀ ਇੱਕ ਕਾਬਲੀਅਤ ਹੈ ਉਹ ਕਿੱਥੋਂ ਇਮਰਜ ਹੋ ਕੇ ਨਿਕਲ ਕੇ ਆਉਂਦੀ ਹੈ ਤੇ ਉਹੀ ਚੀਜ਼ਾਂ ਆਪਾਂ ਆਪਣੀ ਲਾਈਫ ਦੇ ਵਿੱਚ ਜੋ ਆਪਾਂ ਪੁਰਾਣਾ ਸਿੱਖਿਆ ਹੈ ਉਹ ਆਪਾਂ ਅੱਜ ਦੇ ਤੇ ਆਪਣੇ ਕੱਲ ਆਉਣ ਵਾਲੇ ਟਾਈਮ ਦੇ ਵਿੱਚ ਇਸ ਨੂੰ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ ਸੋ ਪਹਿਲਾ ਸੀਗਾ ਟੋਪੋਗ੍ਰਾਫਿਕਲ ਮਾਡਲ ਸੈਕਿੰਡ ਹੈਗਾ ਸਟਰਕਚਰਲ ਮਾਡਲ ਆਫ ਆਰ ਪਰਸਨੈਲਿਟੀ ਕਿ ਜਿਹੜੀ ਆਪਣੀ ਪਰਸਨੈਲਿਟੀ ਆ ਉਹਦਾ ਇੱਕ ਮਾਡਲ ਇੱਕ ਤਿਆਰ ਹੋ ਰੱਖਿਆ ਇੱਕ ਸਟਰਕਚਰਲ ਮਾਡਲ ਹੈ ਜੋ ਕਿ ਉਹਨਾਂ ਨੇ ਇਡ ਈਗੋ ਤੇ ਸੁਪਰ ਈਗੋ ਦੇ ਨਾਲ ਡਿਫਰੈਂਸ਼ੀਏਟ ਕੀਤਾ ਕਿ ਇੱਕ ਇਡ ਤੇ ਇੱਕ ਈਗੋ ਤੇ ਸੁਪਰ ਈਗੋ ਇਹ ਤਿੰਨੋਂ ਹੀ ਆਪਣੀ ਨੇਚਰ ਨੂੰ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਜੋ ਆਪਣੀ ਇੱਕ ਪਰਸਨੈਲਿਟੀ ਹੈ ਉਹ ਆਪਣੀ ਇਡ ਈਗੋ ਤੇ ਸੁਪਰ ਈਗੋ ਦੇ ਵਿੱਚ ਹੀ ਰਿਵੋਲਵ ਕਰਦੀ ਰਹਿੰਦੀ ਹੈ ਤੇ ਇਹੀ ਇੱਕ ਨੇਚਰ ਹੈ ਜੋ ਆਪਣੀ ਸਾਰੀਆਂ ਚੀਜ਼ਾਂ ਦੇ ਨਾਲ ਬਖੂਬੀ ਤੌਰ ਤੇ ਐਕਸਪਲੇਨ ਕਰ ਪਾਉਂਦੀ ਹੈ ਤੇ ਆਪਾਂ ਆਪਣੇ ਆਪ ਨੂੰ ਰਿਫਲੈਕਟ ਕਰ ਪਾਉਂਦੇ ਹਾਂ ਥਰਡ ਇਜ਼ ਸਾਈਕੋਸੋਸ਼ਲ ਸਟੇजेस ਆਫ ਡਿਵੈਲਪਮੈਂਟ ਜਿਹੜੀ ਆਪਣੀ ਸਾਈਕੋਸੋਸ਼ਲ ਸਟੇजेस ਨੇ ਇਹ ਆਪਣੀਆਂ ਸਟੇजेस ਥਰੂ ਆਊਟ ਆਰ ਲਾਈਫ ਚੱਲਦੀਆਂ ਨੇ ਸਭ ਤੋਂ ਸ਼ੁਰੂਆਤ ਹੋ ਜਾਂਦੀ ਹੈ ਜਦੋਂ ਆਪਾਂ ਪੈਦਾ ਹੁੰਦੇ ਹਾਂ ਪੈਦਾ ਹੋਣ ਤੋਂ ਲੈ ਕੇ 12-16 ਸਾਲ ਤੱਕ ਦੀ ਉਮਰ ਤੱਕ ਇਹ ਸਟੇजेस ਚੰਗੀ ਤਰ੍ਹਾਂ ਆਪਣੇ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਘਰ ਕਰ ਜਾਂਦੇ ਨੇ ਕਿ ਜਿਹੜੀ ਆਪਣੀ ਪਰਸਨੈਲਿਟੀ ਹੈ ਆਪਣੀ ਸਾਈਕੋ ਜਿਹੜਾ ਆਪਣਾ ਮਾਈਂਡ ਹੈ ਮਾਈਂਡ ਤੇ ਆਪਣੀ ਸੋਸਾਇਟੀ ਆਪਣਾ ਸਾਈਕੋ ਸੋਸ਼ਲ ਲੈਵਲ ਤੇ ਆਪਣੀ ਜਿਹੜੀ ਪਰਸਨੈਲਿਟੀ ਹੈ ਉਹ ਕਿੱਦਾਂ ਡਿਵੈਲਪ ਹੋ ਕੇ ਆਪਣੇ ਸਾਹਮਣੇ ਰਿਫਲੈਕਟ ਹੁੰਦੀ ਹੈ
So first is topological model of the psyche. Freud ने इसको as a diagram ਦੇ ਨਾਲ explain ਕੀਤਾ ਗਿਆ ਹੈ. This is the diagram of iceberg, the tip of iceberg, ਜਿੱਥੇ ਆਪਾਂ ਦੇਖ ਪਾਉਂਦੇ ਹਾਂ ਆਪਣਾ conscious level. ਸੋ ਜਿਹੜਾ ਆਪਣਾ ਬ੍ਰੇਨ ਹੈ, ਜਿਹੜਾ ਆਪਣਾ ਟੋਪੋਲੋਜੀਕਲ ਮਾਡਲ ਹੈ, ਇਸ ਟੋਪੋਗ੍ਰਾਫਿਕਲ ਮਾਡਲ ਨੇ ਕਿਆ ਚੀਜ਼ ਨੂੰ ਐਕਸਪਲੇਨ ਕੀਤਾ ਹੈ, ਕਿਆ ਆਪਣੇ ਅੱਗੇ ਲੈ ਕੇ ਆਉਂਦਾ ਹੈ ਕਿ ਜਿਹੜਾ ਆਪਣਾ ਮਾਈਂਡ ਹੈ ਉਹ ਤਿੰਨ ਚੀਜ਼ਾਂ ਦੇ ਵਿੱਚ ਡਿਵਾਈਡਡ ਹੈ, ਆਪਣੇ ਤਿੰਨ ਪਾਰਟਸ ਦੇ ਵਿੱਚ ਡਿਵਾਈਡਡ ਹੈ ਜਿੰਨਾ ਵੀ ਆਪਣਾ ਮਾਈਂਡ ਹੈ, ਤੇ ਜਿੰਨੀ ਜ਼ਿਆਦਾ ਉਸਦੀ ਡੈਪਥ ਹੋਗੀ ਉਨਾ ਜ਼ਿਆਦਾ ਉਹ ਡੀਪਰ ਲੈਵਲ ਦੇ ਫੰਕਸ਼ਨ ਤੇ ਨੌਲੇਜ ਹੈ ਜਾਂ ਫਿਰ ਜੋ ਵੀ ਆਪਣੇ ਦਿਮਾਗ ਦੇ ਵਿੱਚ ਜੋ ਵੀ ਮੈਮਰੀਜ਼ ਨੇ ਜੋ ਵੀ ਆਪਾਂ ਨੇ ਅੱਜ ਤੱਕ ਕ੍ਰੀਏਟ ਕਰ ਰੱਖੀਆਂ ਨੇ ਉਹ ਸਾਰੀਆਂ ਮੈਮਰੀਜ਼ ਆਪਣੇ ਬ੍ਰੇਨ ਦੇ ਵਿੱਚ ਕਿੱਦਾਂ ਜ਼ਿਆਦਾ ਕਿੱਦਾਂ ਜਾ ਕੇ ਇੱਕ ਘਰ ਕਰ ਜਾਂਦੀਆਂ ਨੇ ਤੇ ਕਿੱਦਾਂ ਉਹ ਸਾਰਾ ਕੁਝ ਸਟੋਰ ਹੁੰਦਾ ਜਾਂਦਾ ਆਪਣੇ ਬ੍ਰੇਨ ਦੇ ਵਿੱਚ. So he explained through the diagram of this iceberg. So ਆਪਾਂ ਦੇਖ ਪਾ ਰਹੇ ਹਾਂ ਕਿ ਜਿੰਨਾ ਆਪਾਂ ਜੇ ਆਪਾਂ ਕਿਸੇ ਆਈਸਬਰਗ ਨੂੰ ਦੇਖੀਏ, ਇੱਕ ਬਰਫ਼ ਨੂੰ ਦੇਖੀਏ ਪਾਣੀ ਦੇ ਵਿੱਚ, ਤਾਂ ਕੁਝ ਬਰਫ਼ ਦਾ ਹਿੱਸਾ ਆਪਾਂ ਨੂੰ ਪਾਣੀ ਦੇ ਉੱਪਰ ਤੈਰਦਾ ਦਿਖਦਾ ਹੈ ਤੇ ਕਾਫੀ ਜ਼ਿਆਦਾ ਜ਼ਰੂਰੀ ਨਹੀਂ ਹੈ ਕਿ ਜਿੰਨਾ ਹਿੱਸਾ ਆਪਾਂ ਨੂੰ ਦਿਖ ਰਿਹਾ ਹੈ ਸਿਰਫ ਓਨੀ ਹੀ ਆਈਸ ਹੈ, ਬਲਕਿ ਉਹ ਆਈਸ ਉੱਪਰ ਤੱਕ ਬਣਦੀ ਆਉਂਦੀ ਹੈ ਤੇ ਇੱਕ ਪੁਆਇੰਟ ਇਹ ਜਾਂਦਾ ਹੈ ਕਿ ਆਪਾਂ ਨੂੰ ਆਈਸ ਦਿਖਣੀ ਸਟਾਰਟ ਹੋ ਜਾਂਦੀ ਹੈ. ਸੋ ਜਿਹੜਾ ਪਾਣੀ ਹੈ, ਪਾਣੀ ਦੇ ਵਿੱਚ ਜਿਹੜੀ ਇੱਕ ਬਰਫ਼ ਹੈ ਉਹ ਜੰਮ ਗਈ ਹੈ ਤੇ ਉਹ ਜੰਮਦੀ ਜੰਮਦੀ ਜਦੋਂ ਉੱਪਰ ਆਣੀ ਸਟਾਰਟ ਹੋ ਜਾਂਦੀ ਹੈ ਤੇ ਉਹ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਦੇਰ ਤੱਕ ਉਹ ਜੰਮ ਨਹੀਂ ਸਕਦੀ ਹੈਗੀ, ਕਿੰਨੀ ਹੀ ਲੈਵਲ ਤੱਕ ਜਿਹੜੀ ਬਰਫ਼ ਹੈ ਆਪਾਂ ਨੂੰ ਨਹੀਂ ਦਿਖਦੀ ਹੈਗੀ ਤੇ ਇੱਕ ਟਾਈਮ ਆਉਂਦਾ ਕਿ ਆਪਾਂ ਨੂੰ ਹੁਣ ਬਰਫ਼ ਦਿਖਣੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਹੁਣ ਉਹ ਪਾਣੀ ਉਸਨੂੰ ਤਸ ਨਹੀਂ ਸਕਦਾ ਹੈਗਾ. ਸੋ ਉੱਦਾਂ ਹੀ ਆਪਣਾ ਜਿਹੜਾ ਬ੍ਰੇਨ ਹੈ, ਬ੍ਰੇਨ ਵੀ ਸੇਮ ਹੀ ਤਰੀਕੇ ਦੇ ਨਾਲ ਫੰਕਸ਼ਨ ਕਰਦਾ ਹੈ. ਜਿਹੜਾ ਆਪਣਾ ਕੌਨਸ਼ੀਅਸ ਮਾਈਂਡ ਹੈ, कॉन्शियस, प्री कॉन्शियस एंड अनकॉन्शियस माइंड भी अपना टोपोग्राफिकल लैवल पे रिफ्लैक्ट किया गया है. सो ਜਿਹੜਾ ਆਪਾਂ ਚੀਜ਼ ਜਿਹੜੀ ਆਪਾਂ ਦੇਖ ਪਾਉਂਦੇ ਹਾਂ ਪਾਣੀ ਦੇ ਉੱਤੇ, ਜਿਹੜਾ ਆਪਾਂ ਬਰਫ਼ ਦੇਖ ਪਾ ਰਹੇ ਹਾਂ ਜਿਸ ਦੇ ਸਹਾਰੇ ਇੱਕ ਬਰਫ਼ ਪਾਣੀ ਦੇ ਉੱਤੇ ਖੜੀ ਹੈ, ਸੋ ਉਹ ਆਪਣਾ ਕੌਨਸ਼ੀਅਸ ਬ੍ਰੇਨ ਹੈ, ਉਹ ਆਪਣਾ ਕੌਨਸ਼ੀਅਸ ਮਾਈਂਡ ਹੈ ਜਿਸ ਨੂੰ ਆਪਾਂ ਦੇਖ ਸਕਦੇ ਹਾਂ. ਕੌਨਸ਼ੀਅਸ ਯਾਨੀ ਜੋ ਚੀਜ਼ ਆਪਣੀ ਟਿਪਸ ਤੇ ਹੈ, ਜੋ ਚੀਜ਼ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਕਿਹੜੀ ਚੀਜ਼ ਕਿੱਦਾਂ ਹੁੰਦੀ ਹੈ, ਕਿਹੜੀ ਚੀਜ਼ ਕਿੱਦਾਂ ਹੈ, ਜਾਂ ਕਿਸੇ ਚੀਜ਼ ਦਾ ਜਵਾਬ ਦੇਣਾ ਹੈ ਆਪਣੇ ਆਪਣਾ ਫॉर एग्जांपल अपना नाम है, ਤਾਂ ਜੇ ਕੋਈ ਆਪਾਂ ਨੂੰ ਆਪਣਾ ਨਾਮ ਪੁੱਛੇਗਾ ਤਾਂ ਆਪਾਂ ਨਾਲ ਦੇ ਨਾਲ ਆਪਣਾ ਨਾਮ ਯਾਦ ਕਰਕੇ ਦੱਸ ਦਿੰਦੇ ਹਾਂ ਕਿ ਮੇਰਾ ਨਾਮ ਹੈ ਨਿਕਿਤਾ. ਤਾਂ ਜੇ ਆਪਾਂ ਪੁੱਛਦੇ ਹਾਂ ਕਿ ਤੁਸੀਂ ਕੀ ਕਰਦੇ ਹੋ ਤਾਂ ਆਪਾਂ ਨਾਲ ਦੀ ਨਾਲ ਦੱਸ ਦਿੰਦੇ ਹਾਂ, ਤੇ ਆਪਾਂ ਕਿਹੜੀ ਸਿਟੀ ਦੇ ਵਿੱਚ ਰਹਿੰਦੇ ਹਾਂ, ਆਪਾਂ ਕਿਹੜੀ ਕੰਟਰੀ ਨੂੰ ਬਿਲੋਂਗ ਕਰਦੇ, ਆਪਾਂ ਨੂੰ ਕਿਹੜੀ ਭਾਸ਼ਾ ਆਉਂਦੀ ਹੈ, ਆਪਾਂ ਨੂੰ ਜ਼ਿਆਦਾ ਦਿਮਾਗ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਬਿਕੋਜ਼ ਵੀ ਨੋ कि अपना नाम क्या है, आप कितों बिलोंग करते हैं, क्योंकि ये चीज़ अपनी हर रोज़ दिनचर्या के विच ये चीज़ अपनी यूज़ होती है. तो जो अपना कॉन्शियस माइंड है वो अपना टिप है, अपने जो आइसबर्ग है उस दे नाल फ्रॉइड ने एक्सप्लेन किया गया कि जो अपना ब्रेन है वो टिप है अपने आइसबर्ग का, तो ये चीज़ आप देख पाते हैं. सिमिलरली जी कॉन्शियसनैस के अपन चीज़ा मौजूद होंगे ने, दे आर समथिंग विच वी कैन सी, जिन्होंने आप देख सकते हैं, समझ सकते हैं, पहचान सकते हैं, तो आप नाल दे नाल उस चीज़ का रिफ्लैक्शन दे सकते हैं याद करके. मतलब आपको बहुत ज़्यादा टाइम लगाने की जरूरत नहीं पैंती हैगी, वो चीज़ां आपको भुलियां भी नहीं होंदियां, बल्कि आपको क्वेश्चन पूछते ही नाल दे नाल अपने अंदर बिना सोचे समझे आप जवाब दे पाते हैं. सेकेंड लेवल पे आता है प्री कॉन्शियस माइंड. सो प्री कॉन्शियस माइंड जो बिल्कुल अपने कॉन्शियसनैस के नीचे होता है. सो अपने जो कॉन्शियसनैस के जो नीचे है, जो आप पानी के विच देखे आइसबर्ग तो दिख रहा है, बट पानी के नीचे जो थोड़ा जा सरफेस से दिख रही होंगी चीज़, दैट इज़ अ प्री कॉन्शियस. प्री कॉन्शियस यानी कि सबकॉन्शियस, जिन्होंने अपन थोड़ा जा जे आप टाइम लगाइए याद करने दे विच कि मैं लास्ट वीक ट्यूसडे ਨੂੰ मैंने ਕਿਹੜੀ सब्जी खाधी सी, जे मैं उस चीज़ को थोड़ा जा याद करा, दिमाग लगावा, तो मैंने याद आ जाएगी कि मैंने उस दिन ਕਿਹੜੀ सब्जी खाधी सी. सो वो ਜਿਹੜੀ मेरी एक माइंड ਦੇ ਵਿੱਚ ਜਿਹੜੀ ਮੈਮਰੀ ਹੈ ਉਹ ਕੌਨਸ਼ੀਅਸਨੈਸ ਦੇ ਵਿੱਚ ਨਹੀਂ ਹੈ, ਬਲਕਿ ਮੇਰੀ ਪ੍ਰੀ ਕੌਨਸ਼ੀਅਸਨੈਸ ਜਾਂ ਫਿਰ ਸਬਕੌਨਸ਼ੀਅਸਨੈਸ ਦੇ ਵਿੱਚ ਹੈ, ਜਿਸ ਨੂੰ ਮੈਂ ਜੇ ਥੋੜਾ ਜਿਹਾ ਟਾਈਮ ਲਗਾਵਾਂ ਤਾਂ ਸ਼ਾਇਦ ਮੈਨੂੰ ਯਾਦ ਵੀ ਆ ਜਾਏਗੀ. पर ਜ਼ਰੂਰੀ नहीं है कि वो चीज़ बिल्कुल दिमाग ਦੇ ਵਿੱਚ ਹੀ ਬੈਠੀ ਹੋਏਗੀ कि वो चीज़ ਨੂੰ मैं उस टाइम ਤੇ ਕਿੱਦਾਂ ਕੀਤਾ ਸੀਗਾ. सो सबकॉन्शियस को थोड़ा जो टाइम लगता है कंपैरिजन टू आवर कॉन्शियस माइंड कि उस दिन मैंने क्या किया सी, या उस दिन मैंने क्या खाया सीगा, या मैं कितने घूमन गई सी. सो कुछ ये चीज़ों को थोड़ा सा दिमाग लगाना पैंदा है कि उस दिन मैं किहड़े लोगों को मिली सी, कौन मेरे घरे मैनू मिलन आया सी. सो ये सारी चीज़ां अपने प्री कॉन्शियस माइंड दे विच स्टोर्ड होंदियां ने.
ਥਰਡ ਆ ਜਾਂਦਾ ਆਪਣਾ ਅਨਕੌਂਸ਼ੀਅਸ ਮਾਈਂਡ। ਅਨਕੌਂਸ਼ੀਅਸ ਮਾਈਂਡ ਉਹ ਹੁੰਦਾ ਜਿਹੜੀ ਯਾਦਾਂ ਆਪਾਂ ਬਿਲਕੁਲ ਹੀ ਆਪਣੇ ਦਿਮਾਗ ਦੇ ਵਿੱਚ ਇੱਕ ਟਾਈਮ ਤੇ ਤਾਂ ਆਪਾਂ ਐਕਸਪੀਰੀਅੰਸ ਕੀਤੀ ਸੀਗੀ, ਇੱਕ ਟਾਈਮ ਦੇ ਲਈ ਤਾਂ ਆਪਣੇ ਪ੍ਰੈਜ਼ੈਂਟ ਦੇ ਵਿੱਚ ਆਪਣਾ ਪਾਰਟ ਸੀਗੀ, ਬਟ ਸੂਨ ਉਹੀ ਚੀਜ਼ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਉਸ ਤੋਂ ਭੁੱਲ ਜਾਂਦੇ ਹਾਂ। ਜੇ ਆਪਾਂ ਯਾਦ ਕਰੀਏ ਕਿ 5 ਸਾਲ ਦੀ ਉਮਰ ਦੇ ਵਿੱਚ ਮੈਨੂੰ ਕਿਆ ਚੀਜ਼ਾਂ ਜ਼ਿਆਦਾ ਪਸੰਦ ਸੀਗੀਆਂ, ਸੋ ਸ਼ਾਇਦ ਮੈਂ ਅੱਜ ਦੇ ਟਾਈਮ ਦੇ ਵਿੱਚ ਉਸ ਚੀਜ਼ ਨੂੰ ਯਾਦ ਨਾ ਕਰ ਪਾਵਾਂ ਕਿ ਮੈਂ ਉਸ ਟਾਈਮ ਦੇ ਵਿੱਚ ਮੇਰਾ ਫੇਵਰੇਟ ਟੁਆਏ ਕਿਹੜਾ ਸੀ, ਜਾਂ ਫਿਰ ਮੇਰੇ ਫੇਵਰੇਟ ਕਲੋਥ ਕਿਹੜਾ ਸੀਗਾ, ਜਾਂ ਫਿਰ ਮੇਰਾ ਫੇਵਰੇਟ ਕਾਰਟੂਨ ਕਿਹੜਾ ਸੀਗਾ 5 ਸਾਲ ਦੀ ਉਮਰ ਦੇ ਵਿੱਚ। ਕੁਛ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜੋ ਆਪਾਂ ਨੂੰ ਯਾਦ ਆ ਜਾਂਦੀਆਂ ਨੇ, ਉਹ ਆਪਣੇ ਪ੍ਰੀ ਕੌਨਸ਼ੀਅਸ ਦੇ ਵਿੱਚ ਹੁੰਦੀਆਂ ਨੇ, ਪਰ ਜਿਹੜੀਆਂ ਚੀਜ਼ਾਂ ਆਪਾਂ ਪ੍ਰੀ ਕੌਨਸ਼ੀਅਸ ਦੇ ਵਿੱਚੋਂ ਵੀ ਆਪਾਂ ਰਿਟਰੀਵ ਨਹੀਂ ਕਰ ਪਾਉਂਦੇ ਹੈਗੇ, ਉਹ ਆਪਣੇ ਅਨਕੌਂਸ਼ੀਅਸ ਮਾਈਂਡ ਦਾ ਪਾਰਟ ਬਣ ਜਾਂਦੀਆਂ ਨੇ। So that's how we are so that's how when we are unable to reflect, or when we are unable to retrieve our memory from our conscious or sorry, from our pre-conscious or unconscious mind to the conscious mind, that is our ਅਨਕੌਂਸ਼ੀਅਸਨੈਸ। ਉਹ ਆਪਣੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਜੋ ਵੀ ਸਟੋਰਡ ਮੈਮਰੀ ਹੈ ਜਿਹਨੂੰ ਆਪਾਂ ਰਿਟਰੀਵ ਨਹੀਂ ਕਰ ਪਾਉਂਦੇ ਹੈਗੇ, ਉਹ ਆਪਣੇ ਅਨਕੌਂਸ਼ੀਅਸਨੈਸ ਦਾ ਪਾਰਟ ਬਣ ਜਾਂਦੀ ਹੈ। ਸੋ ਫਰॉयड ਨੇ ਆਪਣੇ ਸਾਈਕੀ ਥਿਊਰੀ ਨੂੰ ਇਸ ਡਾਇਗਰਾਮ ਦੇ ਨਾਲ ਐਕਸਪਲੇਨ ਕੀਤਾ ਸੀਗਾ ਕਿ ਜੋ ਆਪਣਾ ਟੋਪੋਗ੍ਰਾਫਿਕਲ ਮਾਡਲ ਹੈ ਆਪਣੇ ਮਾਈਂਡ ਦਾ, this is how it reflects with our conscious, pre-conscious and unconscious। ਆਪਣੀ ਅੱਜ ਤੱਕ ਦੀ ਜਿੰਨੀ ਵੀ ਆਪਾਂ ਜ਼ਿੰਦਗੀ ਹੁਣ ਤੱਕ ਜਿੰਦੇ ਆ ਰਹੇ हैं, ਪੈਦਾ ਹੋਣ ਤੋਂ ਲੈ ਕੇ ਆਪਣੀ ਅੱਜ ਦੇ ਟਾਈਮ, ਆਪਣੇ ਪ੍ਰੈਜ਼ੈਂਟ ਟਾਈਮ ਦੀ ਜਿੰਨੀ ਵੀ ਏਜ ਹੈ, ਜਿੰਨੇ ਵੀ ਦਿਨ ਆਪਾਂ ਜੀਏ ਹੈ, ਉਹ ਹਰ ਇੱਕ ਚੀਜ਼ ਆਪਣੇ ਅਨਕੌਂਸ਼ੀਅਸ, ਪ੍ਰੀਕੌਂਸ਼ੀਅਸ ਐਂਡ ਆਪਣੇ ਕੌਂਸ਼ੀਅਸ ਮਾਈਂਡ ਦਾ ਪਾਰਟ ਹੈ। ਜੋ ਚੀਜ਼ਾਂ ਆਪਾਂ ਜ਼ਿਆਦਾਤਰ ਆਪਾਂ ਯਾਦ ਨਹੀਂ ਕਰਦੇ ਹੈਗੇ, ਆਪਾਂ ਨੂੰ ਚੀਜ਼ਾਂ ਕੁਝ ਨਹੀਂ ਯਾਦ ਆਉਂਦੀਆਂ ਹੈਗੀਆਂ, ਉਹ ਆਪਣੇ ਅਨਕੌਂਸ਼ੀਅਸ ਦਾ ਪਾਰਟ ਬਣ ਜਾਂਦੀਆਂ ਨੇ। ਜਿਹੜੀਆਂ ਚੀਜ਼ਾਂ ਆਪਾਂ ਥੋੜਾ ਜਿਹਾ ਯਾਦ ਕਰੋਗੇ, ਧਿਆਨ ਲਗਾਉਂਗੇ, ਆਪਣੀ ਮੈਮਰੀ ਨੂੰ ਥੋੜਾ ਜਿਹਾ ਆਪਾਂ ਜ਼ੋਰ ਪਾਉਂਗੇ, ਤਾਂ ਫਿਰ ਆਪਾਂ ਨੂੰ ਜਿਹੜੀਆਂ ਚੀਜ਼ਾਂ ਯਾਦ ਆ ਜਾਂਦੀਆਂ ਨੇ, ਉਹ ਆਪਣੀ ਪ੍ਰੀ ਕੌਂਸ਼ੀਅਸਨੈਸ ਦਾ ਪਾਰਟ ਬਣ ਜਾਂਦੀਆਂ ਨੇ। ਨੈਕਸਟ ਇਜ਼ ਆਰ ਈਗੋ ਡਿਫੈਂਸ ਮੈਕੈਨਿਜ਼ਮਸ। ਸੋ ਜਿਹੜੇ ਆਪਣੇ ਕੌਂਸ਼ੀਅਸ, ਸਬਕੌਂਸ਼ੀਅਸ ਤੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਜਿਹੜੀਆਂ ਵੀ ਹੋਣ ਵਾਲੀਆਂ ਆਪਣੀ ਮੈਮਰੀ ਹੈ, ਕੁਝ ਮੈਮਰੀ ਹੁੰਦੀ ਹੈ ਜੋ ਆਪਣੇ ਲਈ ਕਾਫੀ ਜ਼ਿਆਦਾ ਟਰੋਮੈਟਿਕ ਹੁੰਦੀ ਹੈ, ਕੁਝ ਚੀਜ਼ਾਂ ਨੂੰ ਆਪਾਂ ਨਹੀਂ ਯਾਦ ਰੱਖਣਾ ਪਾਉਂਦੇ ਹੈਗੇ, ਕੁਝ ਮੈਮਰੀਜ਼ ਆਪਣੇ ਲਈ ਬਹੁਤ ਜ਼ਿਆਦਾ ਸਟਰੋਂਗ ਹੁੰਦੀਆਂ ਨੇ, ਕੁਝ ਮੈਮਰੀਜ਼ ਨੂੰ ਆਪਾਂ ਕਾਫੀ ਜ਼ਿਆਦਾ ਪੋਜ਼ਿਟਿਵ ਵੇ ਦੇ ਵਿੱਚ ਲੈਂਦੇ ਹਾਂ, ਤੇ ਆਪਾਂ ਉਸ ਮੈਮਰੀ ਨੂੰ ਆਪਾਂ ਜਦ ਵੀ ਯਾਦ ਕਰਦੇ ਆਪਾਂ ਖੁਸ਼ ਹੋ ਜਾਂਦੇ ਹਾਂ। ਪਰ ਕੁਝ ਮੈਮਰੀ ਇਹੋ ਜਿਹੀ ਹੁੰਦੀਆਂ ਜਿਹੜੀ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਹੋਈਆਂ ਕੋਈ ਵੀ ਇਹੋ ਜਿਹੀ ਇੱਕ ਸਿਚੁਏਸ਼ਨ ਹੁੰਦੀ ਹੈ ਜਿਸ ਨੂੰ ਆਪਾਂ ਜਿੰਨੀ ਵਾਰ ਵੀ ਯਾਦ ਕਰਦੇ ਆਪਾਂ ਦੁਖੀ ਹੋ ਜਾਂਦੇ ਹਾਂ। ਸੋ ਇੱਦਾਂ ਹੀ ਆਪਣਾ ਜਿਹੜਾ ਬ੍ਰੇਨ ਹੈ ਉਹ ਆਪਣੇ ਅੰਦਰ ਇੱਕ ਢਾਲ ਬਣਾ ਦਿੰਦਾ ਹੈ, ਆਪਣੇ ਲਈ ਇੱਕ ਡਿਫੈਂਸ ਕ੍ਰੀਏਟ ਕਰ ਦਿੰਦਾ ਹੈ, ਤਾਂ ਕਿ ਆਪਾਂ ਕੁਝ ਚੀਜ਼ਾਂ ਨੂੰ ਜੇ ਆਪਾਂ ਨੂੰ ਅੱਛਾ ਲੱਗਦਾ ਉਸ ਨੂੰ ਆਪਾਂ ਯਾਦ ਕਰ ਸਕੀਏ, ਬਾਰ-ਬਾਰ ਯਾਦ ਕਰਦੇ ਰਹੀਏ। ਤੇ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਨੈਗੇਟਿਵ ਹੁੰਦੇ ਨੇ ਤੇ ਜਿਨ੍ਹਾਂ ਨੂੰ ਆਪਾਂ ਬਾਰ-ਬਾਰ ਯਾਦ ਨਹੀਂ ਕਰਨਾ ਚਾਹੁੰਦੇ ਹੁੰਦੇ ਹੈਗੇ। ਸੋ ਉੱਦਾਂ ਹੀ ਆਪਣਾ ਜਿਹੜਾ ਬ੍ਰੇਨ ਹੈ ਉਹ ਈਗੋ ਡਿਫੈਂਸ ਮੈਕੈਨਿਜ਼ਮਸ ਯੂਜ਼ ਕਰਦਾ ਹੈ। these are the defense mechanisms, but ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੱਸਣਾ ਚਾਹੂੰਗੀ ਕਿ ਜਿਹੜਾ ਆਪਣਾ ਸਟਰਕਚਰਲ ਮਾਡਲ ਹੈ ਪਰਸਨੈਲਿਟੀ ਦਾ, ਉਸ ਦੇ ਵਿੱਚ ਇਡ, ਈਗੋ ਐਂਡ ਸੁਪਰ ਈਗੋ ਆ ਜਾਂਦੀ ਹੈ। ਸੋ ਇਡ, ਈਗੋ, ਸੁਪਰ ਈਗੋ ਨੂੰ ਸਮਝਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਇਹ ਸਮਝਾਂਗੇ ਕਿ ਇਡ ਕਿਆ ਹੈ, ਈਗੋ ਕਿਆ ਹੁੰਦਾ ਹੈ, ਤੇ ਸੁਪਰ ਈਗੋ ਕਿਸ ਚੀਜ਼ ਨੂੰ ਕਿਹਾ ਗਿਆ ਹੈ। ਇਸ ਤੋਂ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਦੇ ਹਾਂ। ਸੋ ਇਡ ਇੱਕ ਸ਼ੈਤਾਨ ਬੱਚਾ ਹੈ ਜੋ ਕਿ ਬਹੁਤ ਜ਼ਿਆਦਾ ਚਿੜਚਿੜਾ ਹੈ, ਜੋ ਬਿਲਕੁਲ ਵੀ ਕਹਿਣਾ ਨਹੀਂ ਮੰਨਦਾ ਹੈਗਾ, ਜਿਸਨੂੰ ਜੇ ਆਈਸਕ੍ਰੀਮ ਰਾਤ ਦੇ 12 ਵਜੇ ਚਾਹੀਦੀ ਹੈ ਤਾਂ ਚਾਹੀਦੀ ਹੀ ਹੈ। ਉਸ ਤੋਂ ਇਹ ਨਹੀਂ ਲੈਣਾ ਦੇਣਾ ਕਿ ਦੁਕਾਨ ਖੁੱਲੀ ਹੋਏਗੀ ਜਾਂ ਨਹੀਂ, ਜਾਂ ਫਿਰ ਰਾਤ ਦੇ ਟਾਈਮ ਦੇ ਵਿੱਚ ਆਈਸਕ੍ਰੀਮ ਖਾਣਾ ਗਲਤ ਹੈ, ਉਸਦਾ ਗਲਾ ਖਰਾਬ ਹੋ ਸਕਦਾ ਹੈ, ਉਸਨੂੰ ਇਹ ਚੀਜ਼ਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈਗਾ। ਬਲਕਿ ਬਸ ਉਸਦੇ ਜੇ ਅਗਰ ਮਨ ਦੇ ਵਿੱਚ ਆਇਆ ਹੈ ਕਿ ਮੈਨੇ ਆਈਸਕ੍ਰੀਮ ਖਾਣੀ ਹੈ, ਤਾਂ ਉਸਦੇ ਪੇਰੈਂਟਸ ਦੇ ਅੱਗੇ ਇੱਕ ਜ਼ਿੱਦ ਕਰਨੀ ਸਟਾਰਟ ਕਰ ਦਿੰਦਾ ਹੈ ਕਿ ਮੈਨੂੰ ਨਹੀਂ ਪਤਾ, ਜਿੱਦਾਂ ਮਰਜ਼ੀ ਮੇਰੇ ਅੱਗੇ ਮੈਨੂੰ ਆਈਸਕ੍ਰੀਮ ਲਿਆ ਕੇ ਦਿਓ, ਮੈਨੇ ਆਈਸਕ੍ਰੀਮ ਖਾਣੀ ਹੈ। ਸੋ ਇਹ ਬੱਚੇ ਦੇ ਅੰਦਰ ਕੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ, ਇੱਕ ਜ਼ਿੱਦ, ਬਚਪਨਾ, ਤੇ ਜਿਹੜਾ ਸਿਚੁਏਸ਼ਨ ਨੂੰ ਨਹੀਂ ਸਮਝ ਰਿਹਾ ਹੈਗਾ, ਬਲਕਿ ਆਪਣੀ ਹੀ ਇੱਕ ਸੋਚ ਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਮੈਨੂੰ ਜੋ ਚਾਹੀਦਾ ਹੈ ਤਾਂ ਮੈਨੂੰ ਚਾਹੀਦਾ ਹੀ ਚਾਹੀਦਾ ਹੈ। ਆਪਣਾ ਜਿਹੜਾ ਬ੍ਰੇਨ ਹੈ, ਆਪਣਾ ਬ੍ਰੇਨ ਵੀ ਕੁਝ ਇਡ ਦੇ ਵਰਗਾ ਹੀ ਹੈ। ਕੁਝ ਚੀਜ਼ਾਂ ਨੂੰ ਲੈ ਕੇ ਆਪਾਂ ਸੱਚਾਈ ਨੂੰ ਨਹੀਂ ਸਮਝਣਾ ਚਾਹੁੰਦੇ ਹੁੰਦੇ ਹੈਗੇ, ਬਲਕਿ ਜੋ ਆਪਣੇ ਮਨ ਦੀ ਇੱਛਾ ਹੁੰਦੀ ਹੈ ਆਪਾਂ ਸਿਰਫ ਉਸ ਦੇ ਅਕੋਰਡਿੰਗ ਹੀ ਚੀਜ਼ਾਂ ਨੂੰ ਕਰਨਾ ਚਾਹੁੰਦੇ ਹੁੰਦੇ ਹਾਂ। ਸੋ ਦੈਟ ਇਜ਼ ਆਰ ਇਡ, ਜਿਹੜਾ ਆਪਣੀ ਜੋ ਵੀ ਆਪਾਂ ਕਰਨਾ ਚਾਹੁੰਦੇ हैं
उस चीज़ ਨੂੰ ही लेके अटल रहना, ਇਹ ਨਾ ਦੇਖਣਾ ਕਿ ਉਹ ਚੀਜ਼ ਮੇਰੇ ਲਈ ਸਹੀ ਹੈ ਜਾਂ ਗਲਤ ਹੈ, ਬਲਕਿ ਮੇਰਾ ਉਸ ਚੀਜ਼ ਨੂੰ ਕਰਨ ਦਾ ਮਨ ਕਰ ਰਿਹਾ ਹੈ ਤਾਂ ਬਸ that is all that what I know। ਉਸ ਤੋਂ ਇਰਦ ਗਿਰਦ ਮੈਂ ਕੁਝ ਨਹੀਂ ਸੁਣਨਾ ਚਾਹੁੰਦਾ ਹੈਗਾ ਕਿ ਮੇਰਾ ਉਹ ਚੀਜ਼ ਕਰਨ ਦਾ ਮਨ ਕਰ ਰਿਹਾ ਹੈ। ਉਸ ਦੇ ਲਈ ਸਿਰਫ ਉਹੀ ਇੱਕ ਸੱਚਾਈ ਹੁੰਦੀ ਹੈ ਤੇ ਉਸ ਦੇ ਪ੍ਰਤੀ ਜੋ ਉਹ ਇੱਕ ਜ਼ਿੱਦ ਕਰ ਰਿਹਾ ਉਸਦੇ ਪੇਰੈਂਟਸ ਦੇ ਲਈ ਉਹ ਅੱਛੀ ਗੱਲ ਹੈ ਨਹੀਂ ਹੈ, ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਨਹੀਂ ਕਰ ਰਿਹਾ, ਉਸ ਚੀਜ਼ ਤੋਂ ਬੱਚੇ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈਗਾ। ਐਂਡ ਸਿਮਿਲਰਲੀ ਆਪਣਾ ਜਿਹੜਾ ਬ੍ਰੇਨ, ਆਪਣਾ ਜਿਹੜਾ ਇਡ ਹੈ, ਇਡ ਵੀ ਆਪਣੇ ਅੰਦਰ ਐਦਾਂ ਹੀ ਵਰਕ ਕਰਦਾ ਹੈ। ਇਟ ਇਜ਼ ਆਲਸੋ ਨੋਨ ਐਜ਼ ਪਲੇਜ਼ਰ ਪ੍ਰਿੰਸੀਪਲ। ਇਸ ਤੋਂ ਸਿਰਫ ਆਪਣੇ ਮਜ਼ੇ ਲੈਣ ਤੋਂ ਇਲਾਵਾ ਉਸ ਨੂੰ ਇਹ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਇਹ ਚੀਜ਼ ਮੇਰੇ ਲਈ ਹਾਨੀਕਾਰਕ ਹੋ ਸਕਦੀ ਹੈ, ਮੇਰੇ ਲਈ ਸ਼ਾਇਦ ਇਹ ਗਲਤ ਵੀ ਹੋ ਸਕਦੀ ਹੈ, ਬਟ ਹੀ ਇਜ਼ ਜਸਟ ਫੋਕਸਿੰਗ ਔਨ ਹਿਜ਼ ਪਲੇਜ਼ਰ ਪ੍ਰਿੰਸੀਪਲ। ਪਲੇਜ਼ਰ ਪ੍ਰਿੰਸੀਪਲ ਇਜ਼ ਯਾਨੀ ਜੋ ਉਸਦਾ ਬਸ ਜੋ ਚੀਜ਼ ਉਸਦੇ ਮਨ ਦੇ ਵਿੱਚ ਆ ਗਈ, ਹੁਣ ਉਸਦੀ ਉਹ ਇੱਕ ਜ਼ਿੱਦ ਬਣ ਗਈ ਕਿ ਇਹ ਚੀਜ਼ ਕਰਨੀ ਹੀ ਕਰਨੀ ਹੈ। then is the ego is like a child ਜਿਹੜਾ ਥੋੜਾ ਜਿਹਾ ਸਿਆਣਾ ਹੋ ਚੁੱਕਿਆ ਹੈ, ਜਿਹਨੂੰ 12 ਵਜੇ ਜਦੋਂ ਟਾਈਮ ਦੇਖਦਾ ਹੈ ਕਿ 12 ਵੱਜ ਗਏ ਹੈ, ਮੇਰਾ ਆਈਸਕ੍ਰੀਮ ਖਾਣ ਦਾ ਮਨ ਤਾਂ ਕਰ ਰਿਹਾ ਹੈ, ਪਰ ਇਟਸ ਓਕੇ, ਇਸ ਟਾਈਮ ਦੇ ਵਿੱਚ ਆਈਸਕ੍ਰੀਮ ਵਾਲਾ ਸ਼ਾਇਦ ਆਪਣੀ ਸ਼ਾਪ ਬੰਦ ਕਰਕੇ ਚਲਾ ਗਿਆ ਹੋਏਗਾ, ਮੈਂ ਕੁਝ ਹੋਰ ਕੰਪਨਸੇਟ ਕਰ ਲੈਂਦੀ ਹੈ। ਮੈਂ ਆਈਸਕ੍ਰੀਮ ਦੀ ਜਗ੍ਹਾ ਮੈਂ ਫ੍ਰਿਜ ਦੇ ਵਿੱਚ ਰੱਖੀ ਚਾਕਲੇਟ ਖਾ ਲੈਂਦਾ, ਬਟ ਸਵੇਰੇ 8 ਵਜਦੇ ਹੀ ਮੈਨੂੰ ਆਈਸਕ੍ਰੀਮ ਜ਼ਰੂਰ ਚਾਹੀਦੀ ਹੀ ਚਾਹੀਦੀ ਹੈ। ਸੋ ਦਿਸ ਇਜ਼ ਆਰ ਈਗੋ। ਈਗੋ ਹੁੰਦੀ ਹੈ ਕਿ ਜਿਹੜਾ ਰਿਐਲਿਟੀ ਪ੍ਰਿੰਸੀਪਲਸ ਨੂੰ ਦੇਖਦਾ ਹੈ। ਹੁਣ ਜਿਹਨੇ ਰਿਐਲਿਟੀ ਚੈੱਕ ਕੀਤਾ ਕਿ ਟਾਈਮ ਕਿਆ ਹੋ ਰਿਹਾ ਹੈ, ਟਾਈਮ 12 ਵੱਜ ਰਹੇ ਹੈ, ਦੁਕਾਨਾਂ ਬੰਦ ਹੋਣਗੀਆਂ, ਇਟਸ ਓਕੇ, ਹੁਣ ਦੀ ਬਜਾਏ ਮੈਂ ਉਹ ਚੀਜ਼ ਲੈਣੀ ਤਾਂ ਲੈਣੀ ਹੀ ਹੈ, ਮੈਂ ਸਵੇਰੇ 8 ਵਜੇ ਲੈ ਲੂੰਗਾ। ਸੋ ਆਪਣੇ ਪੇਰੈਂਟਸ ਨੂੰ ਕਹਿੰਦਾ ਹੈ ਕਿ 12 ਤਾਂ ਵੱਜ ਗਏ ਨੇ, ਮੇਰਾ ਆਈਸਕ੍ਰੀਮ ਖਾਣ ਦਾ ਬਹੁਤ ਮਨ ਕਰ ਰਿਹਾ ਹੈ। ਉਸਦੇ ਜਦੋਂ ਪੇਰੈਂਟਸ ਉਸ ਚੀਜ਼ ਨੂੰ ਸਮਝਾਣਗੇ ਕਿ 12 ਵੱਜ ਗਏ, ਕੋਈ ਦੁਕਾਨ ਖੁੱਲੀ ਨਹੀਂ ਹੋਏਗੀ, ਤਾਂ ਤੈਨੂੰ ਸਵੇਰੇ 8 ਵਜਦੇ ਹੀ ਅਸੀਂ ਅਸੀਂ ਆਈਸਕ੍ਰੀਮ ਦਵਾ ਦੋਗੇ, ਫਿਲਹਾਲ ਤੂੰ ਚਾਕਲੇਟ ਦੇ ਨਾਲ ਆਪਣਾ ਕੰਮ ਸਾਰ ਲਓ। So this is our ego, this is how our ego reflects, this is how our ego works। So ego ਹੁੰਦਾ ਹੈ reality principle, ਜਿਸ ਦੇ ਵਿੱਚ ਇੱਕ adult self ਥੋੜਾ ਜਿੱਦਾਂ ਚਾਈਲਡ ਇਹਦੇ ਵਿੱਚ ਜਿਹੜਾ ਚਾਈਲਡ ਸੀਗਾ ਉਹ ਜ਼ਿੱਦੀ ਸੀਗਾ, ਸੋ ਹੁਣ ਈਗੋ ਦੇ ਵਿੱਚ ਜਿਹੜਾ ਆਪਣਾ ਇੱਕ ਸੈਲਫ ਹੈ ਉਹ ਥੋੜਾ ਜਿਹਾ ਸਮਝਦਾਰ ਹੋ ਗਿਆ ਹੈ ਤੇ ਉਹਨੂੰ ਉਸ ਚੀਜ਼ ਨੂੰ ਸਮਝਣ ਦੀ ਸ਼ਕਤੀ ਹੈ ਕਿ ਕਿਆ ਚੀਜ਼ ਸਹੀ ਹੈ ਕਿਆ ਚੀਜ਼ ਨਹੀਂ, ਤੇ ਉसी ਚੀਜ਼ ਦੇ ਬੇਸਿਸ ਤੇ ਉਹ ਫਿਰ ਰਿਫਲੈਕਟ ਕਰਦਾ ਹੈ। then comes super ego, so super ego is even much bigger than our ego, or and then it becomes a super ego। so super ego is our ਐਡਲਟ ਸੈਲਫ, ਜਿਹੜਾ ਬਹੁਤ ਜ਼ਿਆਦਾ ਸਿਆਣੀ ਆਪਣੇ ਅੰਦਰ ਦੀ ਇੱਕ ਜਿਹੜੀ ਨੇਚਰ ਹੈ, ਜਿਹੜੀ ਕਿਸੇ ਚੀਜ਼ ਨੂੰ ਰੈਸ਼ਨਲਾਈਜ਼ ਕਰ ਜਾਂਦੀ ਹੈ, ਜਿਹੜਾ ਦੇਖਦਾ ਹੈ ਮੇਰਾ ਆਈਸਕ੍ਰੀਮ ਖਾਣ ਦਾ ਮਨ ਕਰ ਰਿਹਾ ਹੈ, ਫਿਰ ਤੁਰੰਤ ਆਪਣਾ ਟਾਈਮ ਦੇਖਦਾ, ਓਹੋ ਇਹ ਤਾਂ 12 ਵੱਜ ਗਏ, ਕੋਈ ਦੁਕਾਨ ਖੁੱਲੀ ਨਹੀਂ ਹੋਏਗੀ, ਤਾਂ ਫਿਰ ਉਹ ਜਿਹੜੀ ਇੱਕ ਸਮਝ ਹੈ ਉਹ ਆਪਣੀ ਸੋਚ ਦੇ ਵਿੱਚ ਉਹ ਲੈ ਕੇ ਆਉਂਦਾ ਹੈ ਕਿ ਕੋਈ ਗੱਲ ਨਹੀਂ 12 ਵੱਜ ਗਏ, ਮੈਂ ਫਿਰ ਕਦੇ ਆਈਸਕ੍ਰੀਮ ਖਾ ਲੂੰਗਾ। ਮਤਲਬ ਉਹ ਇਸ ਚੀਜ਼ ਨੂੰ ਸਮਝਦਾ ਹੈ ਕਿ ਜੋ ਸੋਸਾਇਟੀ, ਜੋ ਰਿਐਲਿਟੀ ਚੱਲ ਰਹੀ ਹੈ, ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖਦੇ ਹੋਏ ਉਸ ਚੀਜ਼ ਦੇ ਉੱਤੇ ਆਪਣਾ ਮੋਰਲਿਸਟਿਕ ਜਿਹੜੇ ਇੱਕ ਨੇਚਰ, ਆਪਣੀ ਪਰਸਨੈਲਿਟੀ ਦਾ ਪਰਸਪੈਕਟਿਵ ਹੈ ਉਹ ਆਪਣਾ ਰੱਖ ਪਾਉਂਦਾ ਹੈ। ਸੋ ਸੁਪਰ ਈਗੋ ਡੀਲਸ ਵਿਦ ਦ ਮੋਰਲ ਪ੍ਰਿੰਸੀਪਲਸ, whereas it was our pleasure principle, ego was reality principle, super ego is our moral principle, जो अपने moral, जो अपन ethics अपन ਨੂੰ ਪਤਾ ਹੈ ਉਸ ਚੀਜ਼ ਤੇ ਵਰਕ ਕਰਦਾ ਹੈ, ਜਿਹੜੀ ਚੀਜ਼ ਨੂੰ ਬਿਨ ਸਮਝਾਏ ਸਮਝ ਜਾਂਦਾ ਹੈ, ਜੋ ਚੀਜ਼ਾਂ ਆਪਾਂ ਕਈ ਵਾਰੀ ਆਪਣੀ ਜਿਹੜੀ ਨੇਚਰ ਹੈ ਬੀਇੰਗ ਅ ਹਿਊਮਨ, ਆਪਣੀ ਜਿਹੜੀ ਪਰਸਨੈਲਿਟੀ ਹੈ ਉਹ ਈਗੋ ਐਂਡ ਸੁਪਰ ਈਗੋ ਦੇ ਅਰਾਊਂਡ ਹੀ ਰਿਵੋਲਵ ਕਰਦੀ ਰਹਿੰਦੀ ਹੈ, ਬਟ ਉਹ ਡਿਪੈਂਡ ਕਰਦਾ ਆਪਣੀ ਸਿਚੁਏਸ਼ਨ ਤੇ ਕਿ ਆਪਣੇ ਅੱਗੇ ਕਿੱਦਾਂ ਦੀ ਸਿਚੁਏਸ਼ਨ ਹੈ ਤੇ ਆਪਾਂ ਕਿੱਦਾਂ ਦੀ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਘੜ ਰਹੇ ਹੈ, ਤੇ ਕਿੱਦਾਂ ਦੀ ਸਿਚੁਏਸ਼ਨ ਦੇ ਵਿੱਚ ਆਪਣੀ ਈਗੋ ਆ ਰਹੀ ਹੈ ਅੱਗੇ, ਕਿਸ ਸਿਚੁਏਸ਼ਨ ਦੇ ਵਿੱਚ ਆਪਣਾ ਇਡ ਆ ਰਿਹਾ ਅੱਗੇ, ਤੇ ਕਿਸ ਸਿਚੁਏਸ਼ਨ ਦੇ ਵਿੱਚ ਸੁਪਰ ਈਗੋ ਆ ਰਹੀ ਹੈ ਆਪਣੀ ਅੱਗੇ। ਸੋ ਈਗੋ ਡਿਫੈਂਸ ਮੈਕੈਨਿਜ਼ਮਸ ਨੂੰ ਸਮਝਣ ਦੇ ਲਈ ਆਪਾਂ ਜਿੱਦਾਂ ਹੁਣੀ ਈਗੋ ਸੁਪਰ ਈਗੋ ਦੀ ਗੱਲ ਕੀਤੀ ਸੀਗੀ, ਸੋ ਈਗੋ ਡਿਫੈਂਸ ਮੈਕੈਨਿਜ਼ਮਸ ਹੁੰਦੇ ਨੇ ਜਿਹੜੇ ਰਿਐਲਿਟੀ ਪ੍ਰਿੰਸੀਪਲਸ ਦੇ ਨਾਲ ਡੀਲ ਕਰਦੇ ਨੇ। ਸੋ ਜਿਹੜੇ ਵੀ ਆਪਣੇ ਮੈਕੈਨਿਜ਼ਮਸ ਨੇ, ਸੋ ਫਸਟ ਇਜ਼ ਆਰ ਰਿਪਰੈਸ਼ਨ। ਰਿਪਰੈਸ਼ਨ ਯਾਨੀ ਜਦੋਂ ਕੋਈ ਵੀ ਸਿਚੁਏਸ਼ਨ, ਕੋਈ ਵੀ ਆਪਣਾ ਇਮੋਸ਼ਨ ਹੁੰਦਾ ਹੈ, ਆਪਾਂ ਨੂੰ ਆਪਣੇ ਬੌਸ ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਹੈ, ਸੋ ਆਪਣਾ ਜਿਹੜਾ ਰਿਪਰੈਸ਼ਨ ਹੈ ਉੱਥੇ ਵਰਕ ਕਰਦਾ ਹੈ ਕਿ ਜਿਹੜਾ ਆਪਣਾ ਗੁੱਸਾ ਹੈ ਆਪਾਂ ਆਪਣੇ ਬੌਸ ਦੇ ਉੱਤੇ ਨਹੀਂ ਕੱਢਦੇ ਹੈਗੇ, ਬਲਕਿ ਆਪਾਂ ਆਪਣੇ ਗੁੱਸੇ ਦਾ ਜਿਹੜਾ ਘੁੱਟ ਹੈ ਉਹਨੂੰ ਪੀ ਜਾਂਦੇ ਹਾਂ, ਕਿਉਂਕਿ ਇਹ ਸਭ ਰਿਐਲਿਟੀ ਤੇ ਗੱਲ ਕਰ ਰਹੀ ਹੈ, ਸਾਰੇ ਮੈਕੈਨਿਜ਼ਮਸ ਆਪਣੇ ਰਿਐਲਿਟੀ ਪਰਸਪੈਕਟਿਵ ਦੇ ਨਾਲ ਆਪਣੇ ਅੱਗੇ ਪੇਸ਼ ਹੁੰਦੇ ਨੇ। ਸੋ ਜੋ ਵੀ ਆਪਣਾ
ਡਿਪਰੈਸ਼ਨ ਹੈ, ਜਿੱਦਾਂ ਬੌਸ ਨੇ ਆਪਣੇ ਉੱਤੇ ਗੁੱਸਾ ਕੀਤਾ ਤੇ ਆਪਾਂ ਨੂੰ ਉਹਨਾਂ ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਹੈ ਕਿਉਂਕਿ ਬੌਸ ਨੇ ਆਪਣੀ ਕਾਫੀ ਜ਼ਿਆਦਾ ਬੇਇੱਜ਼ਤੀ ਕਰਤੀ ਹੈ। ਤਾਂ ਹੁਣ ਉਸਨੇ ਆਪਣੇ ਇਮੋਸ਼ਨਸ ਨੇ, ਜਿਹੜਾ ਆਪਣਾ ਐਂਗਰ ਇਮੋਸ਼ਨ ਹੈ, ਉਸਨੇ ਆਪਣਾ ਸਬਰ ਦਾ ਘੁੱਟ ਪੀ ਲਿਆ ਕਿਉਂਕਿ ਜੇ ਉਹ ਬੌਸ ਨੂੰ ਗੁੱਸਾ ਦਿਖਾ ਦੇਗਾ ਤਾਂ ਆਪਣੀ ਨੌਕਰੀ ਤੋਂ ਹੱਥ ਧੋ ਬੈਠੇਗਾ। ਇਸ ਕਰਕੇ ਵਾਟ ਹੀ ਡੂ ਇਜ਼ ਕਿ ਉਹ ਆਪਣਾ ਜਿਹੜਾ ਗੁੱਸਾ ਹੈ ਉਹ ਰਿਪਰੈਸ ਕਰ ਲੈਂਦਾ ਹੈ। ਕਈ ਵਾਰ ਉਹੀ ਚੀਜ਼ ਕਾਫੀ ਆਪਾਂ ਆਪਣੇ ਪੇਰੈਂਟਸ ਜਦੋਂ ਆਪਾਂ ਨੂੰ ਕਾਫੀ ਜ਼ਿਆਦਾ ਗੁੱਸਾ ਕਰਦੇ, ਆਪਾਂ ਨੂੰ ਕਾਫੀ ਜ਼ਿਆਦਾ ਗੁੱਸਾ ਆਉਂਦਾ ਉਸ ਚੀਜ਼ ਤੇ, ਆਪਾਂ ਨੂੰ ਲੱਗਦਾ ਕਿ ਜਿਹੜਾ ਆਪਣਾ ਪੁਆਇੰਟ ਹੈ ਉਹ ਕਾਫੀ ਜ਼ਿਆਦਾ ਸਹੀ ਹੈ, ਬਟ ਆਪਾਂ ਰਿਸਪੈਕਟ ਕਰਨ ਕਰਕੇ ਆਪਾਂ ਆਪਣੇ ਕਾਫੀ ਇਮੋਸ਼ਨਸ ਆਪਾਂ ਰਿਫਲੈਕਟ ਨਹੀਂ ਕਰ ਪਾਉਂਦੇ ਹੈਗੇ। ਤੇ ਜਦੋਂ ਆਪਾਂ ਆਪਣੇ ਇਮੋਸ਼ਨਸ ਨੂੰ ਦਬਾ ਲੈਂਦੇ ਆ ਤਾਂ ਫਿਰ ਉਹ ਆਪਣੇ ਅੰਦਰ ਹੀ ਇਮੋਸ਼ਨਸ ਘੁੱਟਦੇ ਰਹਿੰਦੇ ਨੇ। ਸੋ ਇਹ ਆਪਾਂ ਈਗੋ, ਜਦੋਂ ਆਪਣੀ ਈਗੋ ਵਰਕ ਕਰਦੇ ਆ ਤਾਂ ਉਹ ਰਿਐਲਿਟੀ ਲੈਵਲ ਤੇ ਜਦੋਂ ਆਪਾਂ ਚੈੱਕ ਰੱਖਦੇ ਆ, ਆਪਾਂ ਕੌਨਸ਼ੀਅਸ ਰਹਿੰਦੇ ਹਾਂ। ਸੋ ਆਪਣੀ ਜਿਹੜਾ ਡਿਪਰੈਸ਼ਨ ਹੈ ਉਹ ਫਾਰਮ ਹੋਣਾ ਸਟਾਰਟ ਹੋ ਜਾਂਦਾ ਹੈ, ਆਪਾਂ ਰਿਪਰੈਸ ਕਰਨਾ ਸਟਾਰਟ ਕਰ ਦਿੰਦੇ ਹਾਂ ਆਪਣੇ ਇਮੋਸ਼ਨਸ। ਦੈਨ ਇਜ਼ ਰੈਸ਼ਨਲਾਈਜੇਸ਼ਨ। ਰੈਸ਼ਨਲਾਈਜੇਸ਼ਨ ਯਾਨੀ ਜਦੋਂ ਆਪਾਂ ਕੋਈ ਨਾ ਕੋਈ ਸਿਚੁਏਸ਼ਨ ਹੋ, ਜਦੋਂ ਆਪਾਂ ਰੈਸ਼ਨਲਾਈਜ਼ ਕਰਨੀ ਸਟਾਰਟ ਕਰ ਦਿੰਦੇ ਹਾਂ, ਜਦੋਂ ਆਪਣਾ ਕੋਈ ਨੁਕਸਾਨ ਹੋ ਰਿਹਾ ਹੁੰਦਾ ਹੈ ਪਰ ਆਪਾਂ ਬਾਕੀ ਦੁਨੀਆ ਨੂੰ ਇਹ ਦਿਖਾਉਣ ਦੇ ਲਈ ਕਿ ਮੈਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪਿਆ ਹੈਗਾ, ਤਾਂ ਆਪਾਂ ਰੈਸ਼ਨਲਾਈਜ਼ ਕਰਨਾ ਸਟਾਰਟ ਕਰ ਦਿੰਦੇ ਹਾਂ। ਮੰਨ ਲਓ ਇੱਕ ਇਨਸਾਨ ਨੂੰ ਦੋ ਰਿਸ਼ਤੇ ਆਏ ਹੋਣ ਤੇ ਦੋਨੋਂ ਰਿਸ਼ਤਿਆਂ ਦੇ ਵਿੱਚ ਜਦੋਂ ਉਸਨੂੰ ਚੂਜ਼ ਕਰਨਾ ਹੋਵੇ ਕਿ ਇਸਨੂੰ ਕਿਹੜਾ ਰਿਸ਼ਤਾ ਜ਼ਿਆਦਾ ਪ੍ਰੈਫਰ ਕਰਨਾ ਚਾਹੀਦਾ ਹੈ, ਤਾਂ ਉਹ ਰੈਸ਼ਨਲਾਈਜ਼ ਕਰਨਾ ਸਟਾਰਟ ਕਰ ਦੇਗਾ कि इसदे विच क्या खूबियां हैं क्या खामियां है, दूसरे विच क्या खूबियां है क्या खामियां है। तो जदों उसनों कुछ खामियां ज़्यादा नज़र आनी स्टार्ट हो जाती तो उस चीज़ को रैशनलाइज करन लग जाता है कि फिर क्या होया कि जे इस दे विच ज़्यादा लाइक एक खामियां देखने को मिल रहा, उसके अंदर खूबियां भी तो काफ़ी हैगियां, मैनूं उस चीज़ के उत्ते ज़्यादा नोट रखना चाहिए है। सो सिमिलरली काफ़ी सारे डिफेंसिस होंगे ने जो पॉजिटिवली वर्क करते हैं, कुछ नैगेटिव होंगे ने, उन्होंने डिप्रैशन नैगेटिव वर्क करता है और रैशनलाइजेशन पॉजिटिवली भी वर्क करता है, नेगेटिवली न्यूट्रल लेवल पे वर्क करता है। फोर्थ इज रिएक्शन फॉर्मेशन। रिएक्शन फॉर्मेशन इज यानी कि जिदा बॉस ने बहुत ज़्यादा गुस्सा किया, हुण उही वाला गुस्सा मैं बॉस तो नहीं कर सकती हैगी, तो मैं हुण उही गुस्सा किसी इहो जिहे इंसान ते कड्डूंगी, उही रिएक्शन मेरा किसी होर ते निकलेगा। जो रिएक्शन जो रिस्पॉन्स मैनूं शायद अपने बॉस नूं देना चाहिए सीगा, हुण उही रिएक्शन मैं अपनी वाइफ घर जाके अपनी वाइफ या फिर अपने बच्चे के उत्ते शो करूँगा, ताकि वो मैनूं जे मैं उन्होंने अपना गुस्सा शो करूँगा तो मेरे उत्ते ज़्यादा हानिकारक नहीं होएगा। बट वेयर है जे मैं वही गुस्सा सीधा अपनी बॉस नहीं दिखाना तो शायद मैं अपनी नौकरी तो भी हाथ धो बैठता। सो इस करके रिएक्शन फॉर्मेशन टेक्स प्लेस। दैन इज प्रोजेक्शन। सो प्रोजेक्शन इज कि कोई चीज़ है जी जो सच्चाई नहीं है, मान लो जो मेरे अंदर कुछ बुरी आदत है पर वो मैं अपने विच ना देख के मैं दूजे दे विच देखना स्टार्ट कर दूंगी। लाइक दे आर दी अनडिजायरेबल पर्सनैलिटी ट्रेट्स जेडे मेरे अंदर तो हैगे हैं, जो मैं अपने अंदर नहीं देखूंगी कि वो बुरे ने, पर जो ही सामने इंसान जड़ा हैगा ਉਹਦੇ ਵਿੱਚ भी सेम बुराई होगी, मैं उस चीज़ को ज़्यादा रिफ्लैक्ट करूँगी, बट मैं वही चीज़ अपने उत्ते नहीं लूँगी कि ये चीज़ां तो मैं भी इदां ही करदी हाँ। क्योंकि किते ना किते इंसान को पता होंदा है कि जिद्दां दी मेरी वो पर्सनैलिटी जो मेरा वो ट्रेट है वो गलत है, बट खुद नूं वो हमेशा बचा के रखना चाहता होंदा है, हमेशा अपने ते डिफेंसिस लगा के रखना चाहता होंदा है। इस करके दूजे दी मिस्टेक ज़्यादा हाईलाइट होंदे ने, बट वेयर एज जब खुद वो गलती करदा तो उसनूं लुकाउण दी कोशिश करदा है। Then is intellectualization. Intellectualization is also one of the ego defense mechanisms where a person uses his intellectualized state of mind towards getting some rationalized answer। ये rationalization वाला जो rationalized defense है उसके नाल काफ़ी मिलता जुलता है, जिसके विच अपना बहुत ज़्यादा intellectual way दे विच अपने अपना एक मतलब कढ़ लेंदा है, चाहे नुकसान सामने वाले का हो रहा होवे, बट अपने दिमाग दे नाल उस चीज़ को यूटिलाइज जरूर कर लेंदा है। दैन इज डिनाइल। डिनाइल इज कोई भी है जी चीज़ हुई होवे जिसनूं वो मनन तो बिल्कुल साफ इनकार कर देता है, दैट इज द स्टेट ऑफ डिनाइल। सो डिनाइल जिवें घर दे विच किसी की डेथ हो जाए जो कि एक इंसान के काफ़ी ज़्यादा क्लोज वन होंदा है, कई बार उस चीज़ को मनन तो इनकार कर देता है, तो समझता है कि नहीं है जो कुछ नहीं होया हैगा, वो इंसान जिंदा है तो उन्होंने कुछ नहीं होया हैगा। सो ऐदा दी जदों वो बह के गल्लां करन लग जांदा, वो हुंदा है जदों वो एक डिनाइल स्टेट दे विच अपनी हुंदा है। दैन इज डिसप्लेसमेंट। डिसप्लेसमेंट यानी अपना जिहड़ा गुस्सा है, जिद्दां बॉस का गुस्सा है वो
ਕਿਸੇ ਇਹੋ ਜਿਹੀ ਚੀਜ਼ ਦੇ ਵਿੱਚ ਕਰ ਲੈਣਾ ਜਿਹੜਾ ਸੋਸਾਇਟਲ ਲੈਵਲ ਤੇ ਐਕਸੈਪਟੇਬਲ ਵੀ ਹੁੰਦਾ ਹੈ। ਜਿਵੇਂ ਬੌਸ ਦਾ ਗੁੱਸਾ ਹੈ, ਬੌਸ ਤੇ ਨਹੀਂ ਕੱਢ ਸਕਦਾ ਤਾਂ ਜਿਮ ਸਟਾਰਟ ਕਰ ਲੈਂਦਾ ਹੈ, ਜਾਂ ਫਿਰ ਬਾਕਸਿੰਗ ਕਰਨੀ ਸਟਾਰਟ ਕਰ ਦਿੰਦਾ ਹੈ ਤੇ ਆਪਣਾ ਸਾਰਾ ਗੁੱਸਾ ਡਿਸਪਲੇਸ ਕਰ ਦਿੰਦਾ ਹੈ ਇੱਕੋ ਹੀ ਜਗ੍ਹਾ ਤੇ। ਉਹੀ ਬੰਦੇ ਦਾ ਗੁੱਸਾ ਉੱਥੇ ਹੀ ਨਾ ਕੱਢ ਕੇ ਬਲਕਿ ਕਿਸੇ ਹੋਰ ਇਫੈਕਟਿਵ ਜਗ੍ਹਾ ਤੇ ਕੱਢ ਦੇਣਾ, ਤਾਂ ਕਿ ਸੋਸਾਇਟਲ ਲੈਵਲ ਤੇ ਵੀ ਉਹ ਚੀਜ਼ ਐਕਸੈਪਟੇਬਲ ਹੋਵੇ ਤੇ ਕਿਸੇ ਲਈ ਨੁਕਸਾਨਦਾਇਕ ਵੀ ਨਾ ਹੋਵੇ। Then, according to Freud, there comes the psychosocial stages of development. So, psychosocial stages of development, first stage is oral stage. ਇਹ stage start ਹੁੰਦੀ ਹੈ ਜਦੋਂ ਇੱਕ ਬੱਚਾ ਪੈਦਾ ਹੋ ਜਾਂਦਾ ਹੈ। ਪੈਦਾ ਹੋਣ ਤੋਂ ਲੈ ਕੇ 1.5 ਸਾਲ ਦੀ ਉਮਰ ਤੱਕ oral stage ਰਹਿੰਦੀ ਹੈ, ਜਿਸ ਦੇ ਵਿੱਚ ਇੱਕ ਇਨਸਾਨ ਦਾ ਜਿਹੜਾ pleasure principle ਹੁੰਦਾ ਹੈ ਉਹ sucking ਹੁੰਦਾ ਹੈ, ਤੇ ਜਾਂ ਫਿਰ ਖਾਣਾ ਹੁੰਦਾ, that is from his mouth। ਜੋ ਵੀ ਮਾਊਥ ਦੇ ਥਰੂ ਉਹ ਚੀਜ਼ਾਂ ਕਰ ਪਾਉਂਦਾ ਹੈ ਉਸੇ ਚੀਜ਼ ਨੂੰ ਉਹ ਲਾਈਕ ਉਹ ਸੋਸ਼ਲ ਸਾਈਕੋਸੋਸ਼ਲ ਸਟੇਜ ਦਾ ਫਸਟ ਇੱਕ ਸਟੇਜ ਹੁੰਦੀ ਹੈ, ਜਿਸ ਦੇ ਵਿੱਚ ਉਹ ਮਾਈਂਡ ਦੇ ਥਰੂ ਜਿਵੇਂ ਮਦਰ ਦੀ ਬ੍ਰੈਸਟ ਫੀਡਿੰਗ ਹੁੰਦੀ ਹੈ, ਥੰਮ ਸਕ ਕਰਨਾ ਹੁੰਦਾ ਹੈ, ਨਿੱਪਲ ਸਕ ਕਰਨਾ ਹੁੰਦਾ ਹੈ। ਸੋ ਇਹ ਕੋਈ ਵੀ ਇਹੋ ਜਿਹਾ ਜਿਹੜਾ ਟੋਏ ਹੈ, ਜਿਹੜਾ ਸੌਫਟ ਟੋਏ ਹੁੰਦਾ ਹੈ, ਜਿਹੜਾ ਆਪਣੀ ਟੀਥਿੰਗ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਸੋ ਆਲ ਥੀਸ ਇੰਗਰੀਡੀਐਂਟਸ ਵਿਚ ਆਰ ਯੂਜ਼ਡ ਫॉर ਦ ਮਾਊਥ ਥਰੂ ਦ ਮਾਊਥ ਆਫ ਅ ਚਾਈਲਡ ਉਹ ਓਰਲ ਸਟੇਜ ਦਾ ਪਾਰਟ ਹੁੰਦਾ ਹੈ। ਤੇ ਹਰ ਇੱਕ ਸਟੇਜ, ਜਿੰਨੇ ਵੀ ਸਟੇजेस ਆਪਾਂ ਦੇਖ ਪਾ ਰਹੇ ਹਾਂ ਸਕਰੀਨ ਤੇ, ਸਟੇਜ 1 ਤੋਂ ਲੈ ਕੇ ਸਟੇਜ 5 ਤੱਕ, these all stages are very important in the life element of a child, ਕਿਉਂਕਿ ਜੇ ਕੋਈ ਵੀ ਇੱਕ ਸਟੇਜ ਉੱਤੇ ਫਿਕਸੇਸ਼ਨ ਹੋ ਜਾਂਦੀ ਹੈ ਤਾਂ ਫਿਰ ਉਹ ਬਾਕੀ ਸਟੇजेस ਲੇਟਰ ਲਾਈਫ ਦੇ ਕਿਸੇ ਲੇਟਰ ਸਟੇਜ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮੈਟਿਕ ਸਿਚੁਏਸ਼ਨਸ ਕ੍ਰੀਏਟ ਕਰ ਦਿੰਦੀ ਹੈ। ਸੈਕੰਡ ਸਟੇਜ ਇਜ਼ ਫਰਮ 1.5 ਸਾਲ ਤੋਂ ਲੈ ਕੇ 3 ਸਾਲ ਦੀ ਉਮਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਦੈਟ ਇਜ਼ ਏਨਲ ਸਟੇਜ, ਵੇਅਰ ਅ ਚਾਈਲਡ ਲਰਨਸ ਹਾਊ ਟੂ ਪਾਸ ਅ ਸਟੂਲ, ਹਾਊ ਟੂ ਪੀ ਪ੍ਰੋਪਰਲੀ। ਤੇ ਇਹ ਚੀਜ਼ਾਂ ਉਸਨੂੰ ਮਦਰ ਦੇ ਥਰੂ ਜਾਂ ਫਿਰ ਕੋਈ ਵੀ ਜਿਹੜਾ ਉਸਦਾ ਕੇਅਰ ਟੇਕਰ ਹੈ ਉਸ ਤੋਂ ਸਿੱਖਣ ਨੂੰ ਮਿਲਦਾ ਹੈ। ਦੈਟਸ ਦ ਸਟੇਜ ਵੇਅਰ ਅ ਚਾਈਲਡ ਲਰਨਸ ਹਾਊ ਟੂ ਪਾਸ ਦ ਸਟੂਲ ਔਰ ਪਾਸ ਦ ਵੇਸਟ ਫਰਮ ਹਿਜ਼ ਬੋਡੀ, ਐਂਡ ਹੀ ਲਰਨਸ ਕਿ ਕੁਛ ਇਸ ਦੇ ਨਾਲ ਨਾਲ ਉਸੇ ਕਾਫੀ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕਿ ਕੁਝ ਚੀਜ਼ਾਂ ਕਾਫੀ ਦੇਰ ਤੱਕ ਕੰਟਰੋਲ ਕਰਕੇ ਨਹੀਂ ਰੱਖਣੀਆਂ ਚਾਹੀਦੀਆਂ ਹੈਗੀਆਂ, ਕੁਝ ਚੀਜ਼ਾਂ ਨੂੰ ਕਾਫੀ ਦੇਰ ਤੱਕ ਆਪਾਂ ਆਪਣੇ ਅੰਦਰ ਨਹੀਂ ਰੱਖ ਸਕਦੇ ਹੈਗੇ, ਕੁਝ ਇਮੋਸ਼ਨਸ ਨੇ ਜੋ ਆਪਾਂ ਨੂੰ ਬਾਰ-ਬਾਰ ਕੱਢਦੇ ਰਹਿਣਾ ਚਾਹੀਦਾ ਹੈ। ਸੋ ਹਰ ਇੱਕ ਸਟੇਜ ਦਾ ਕੋਈ ਨਾ ਕੋਈ ਇੱਕ ਸਾਇੰਟੀਫਿਕਲ ਜਾਂ ਫਿਰ ਸਬਜੈਕਟਿਵ ਲੈਵਲ ਤੇ ਇੱਕ ਮਤਲਬ ਜ਼ਰੂਰ ਨਿਕਲਦਾ ਰਹਿੰਦਾ ਹੈਗਾ। ਸੋ ਫਰॉइड ਨੇ ਓਰਲ ਸਟੇਜ, ਏਨਲ ਸਟੇਜ, ਪੈਲਿਕ ਲੇਟੈਂਸੀ ਐਂਡ ਜੈਨਾਈਟਲ ਸਟੇਜ ਦੇ ਬੇਸਿਸ ਤੇ ਆਪਾਂ ਨੂੰ ਐਕਸਪਲੇਨੇਸ਼ਨ ਕਰਨ ਦੀ ਸਟਾਰਟ ਕੀਤਾ ਹੈ ਕਿ ਮਾਊਥ ਤੋਂ ਜਿੱਦਾਂ ਓਰਲ ਸਟੇਜ ਦੇ ਵਿੱਚ ਜਿੱਦਾਂ ਆਪਣਾ ਮਾਊਥ ਹੈ, ਮਾਊਥ ਆਪਾਂ ਨੂੰ ਪਲੇਜ਼ਰ ਦਿੰਦਾ ਹੈ, ਆਪਣਾ ਪੇਟ ਭਰਦਾ ਹੈ। ਸੋ ਉੱਦਾਂ ਹੀ ਜਿਹੜਾ ਆਪਣਾ ਏਨਲ ਸਟੇਜ ਹੈ, ਇਟ ਹੈਲਪਸ ਅਸ ਟੂ ਨੋ ਕਿ ਕੁਝ ਚੀਜ਼ਾਂ ਆਪਾਂ ਨੂੰ ਕੰਟਰੋਲ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ, ਆਪਣੇ ਇਮੋਸ਼ਨਸ ਨੂੰ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਹੈਗਾ ਇਨ ਦ ਫਾਰਮ ਆਫ ਏਨਲ ਸਟੇਜ, ਇਨ ਦ ਫਾਰਮ ਆਫ ਪਾਸਿੰਗ ਅ ਸਟੂਲ ਔਰ ਪੀਇੰਗ। ਸੋ ਇਸ ਤੋਂ ਕਿਆ ਹੁੰਦਾ ਹੈ ਕਿ ਬੱਚਾ ਸਿੱਖਦਾ ਹੈ ਕਿ ਕੁਛ ਨਾ ਕੁਛ ਕਿੱਦਾਂ ਕੋਈ ਨਾ ਕੋਈ ਚੀਜ਼ਾਂ ਨੂੰ ਆਪਾਂ ਨੂੰ ਕਿੱਦਾਂ ਕੱਢਦੇ ਰਹਿਣਾ ਚਾਹੀਦਾ ਹੈ। ਇਮੋਸ਼ਨਸ ਹੈ, ਕੋਈ ਵੀ ਆਪਣੇ ਮਨ ਦੇ ਵਿੱਚ ਕੋਈ ਗੱਲ ਚੱਲ ਰਹੀ ਹੈ, ਉਸ ਚੀਜ਼ ਨੂੰ ਕੱਢਦੇ ਰਹਿਣਾ ਚਾਹੀਦਾ ਹੈ। ਦੈਨ ਇਜ਼ ਫੇਲਿਕ ਸਟੇਜ। ਫੇਲਿਕ ਸਟੇਜ ਕਮਸ ਇਨ ਦ 3 to 5 years of age, ਜਿਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਔਡੀਪਸ ਕੰਪਲੈਕਸ ਐਂਡ ਇਲੈਕਟ੍ਰਾ ਕੰਪਲੈਕਸ, ਜਿਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਇੱਕ ਮੁੰਡਾ ਹੈ ਉਹ ਆਪਣੀ ਜਿਹੜਾ ਇੱਕ ਬੇਟਾ ਹੈ ਉਹ ਆਪਣੀ ਮਾਂ ਦੇ ਨਾਲ ਕਾਫੀ ਜ਼ਿਆਦਾ ਕਲੋਜ਼ ਹੁੰਦਾ ਹੈ, ਤੇ ਜਿਹੜੀ ਇੱਕ ਬੇਟੀ ਹੈ ਉਹ ਆਪਣੇ ਫਾਦਰ ਫਿਗਰ ਦੇ ਨਾਲ ਕਾਫੀ ਜ਼ਿਆਦਾ ਕਲੋਜ਼ ਹੁੰਦੀ ਹੈ। ਸੋ ਬੇਸਿਕਲੀ ਫੇਲਿਕ ਸਟੇਜ ਦੇ ਵਿੱਚ ਜਿਹੜਾ ਓਪੋਜ਼ਿਟ ਸੈਕਸ ਅਟਰੈਕਸ਼ਨ ਹੁੰਦੀ ਹੈ ਉਹ ਪਹਿਲੀ ਸਟੇਜ ਦੇਖਣ ਨੂੰ ਮਿਲਦੀ ਹੈ ਟੂਵਰਡਸ देयर ਫਾਦਰ or towards their mother by the opposite gender. Then is the latency stage, where the phallic stage now comes to an end and a child is in his ਪ੍ਰੀ ਟੀਨੇਜ, ਐਂਡ ਇਸ ਦੇ ਵਿੱਚ ਬੱਚਾ ਕਾਫੀ ਚੀਜ਼ਾਂ ਸਿੱਖਦਾ ਹੈ, ਇਵੋਲਵ ਹੁੰਦਾ ਹੈ, ਆਪਣੇ ਇਨਵਾਇਰਨਮੈਂਟ ਦੇ ਵਿੱਚ ਦੇਖਦਾ ਹੈ, ਆਪਣੇ ਫਰੈਂਡ ਸਰਕਲ ਨੂੰ ਬਣਾਉਂਦਾ ਹੈ, ਤੇ ਉਹ ਜੈਂਡਰ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਬਲਕਿ ਇਸ ਚੀਜ਼ਾਂ ਨੂੰ ਸਮਝਣਾ ਸਟਾਰਟ ਕਰਦਾ ਹੈ। Then comes the genital stage in the age of 13 years to adulthood, where a child is able to reflect on the individual differences, gender differences, and he understands the concept of boyfriend, girlfriend, feelings, emotions, the friendships ਨੂੰ encourage ਕਰਦਾ ਹੈ। ਫੀਮੇਲ ਦੇ ਨਾਲ ਜ਼ਿਆਦਾ ਕਲੋਜ਼ ਹੁੰਦੀ ਹੈ, ਮੇਲਸ ਬਿਕਮ ਮੋਰ ਕਲੋਜ਼ ਟੂ ਮੇਲਸ, ਐਂਡ ਮੇਲਸ ਕਾਫੀ ਜ਼ਿਆਦਾ ਸੋਸਾਇਟੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ they think if they become friends then the other friends
think that they have something in between, they have feelings, they have emotions, ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਐਂਡ ਦੈਟਸ देयर ਟੀਨੇਜ ਸਟੇਜ, ਜਿਹੜੀ ਉਹਨਾਂ ਦੀ ਟੀਨੇਜ ਲਾਈਫ ਹੁੰਦੀ ਹੈ ਉਹ ਦੇਖਣ ਨੂੰ ਮਿਲਦੀ ਹੈ, ਤੇ ਉਹਨਾਂ ਦੇ ਅੰਦਰ ਕਾਫੀ ਚੇਂਜਸ ਦੇਖਣ ਨੂੰ ਮਿਲਦੇ ਹੈ ਇਨ ਅ ਬੋਡੀ, ਇਨ ਅ ਫਿਜ਼ੀਕਲ ਲੈਵਲ, ਇਮੋਸ਼ਨਲ ਲੈਵਲ, ਸਾਈਕੋਲੋਜੀਕਲ ਲੈਵਲ। ਆਪਾਂ ਮੇਲ ਐਂਡ ਫੀਮੇਲ ਦੇ ਵਿੱਚ ਕਾਫੀ ਸਾਰੇ ਚੇਂਜਸ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। Then comes the behavioristic approach of to personality. So this is the second theory of the personality, which was given by John B. Watson and B.F. Skinner. In this theory, behavioristic approach ਦੇ through ਜਦੋਂ personality ਨੂੰ explain ਕੀਤਾ ਗਿਆ, ਤਾਂ B.F. Skinner ਤੇ Watson ਨੇ ਕਿਹਾ ਕਿ ਜੋ ਵੀ ਆਪਣੀ behavior ਹੈ, ਆਪਾਂ behavior ਦੇ through ਹੀ ਹਰ ਇੱਕ ਦੀ personality ਨੂੰ ਸਮਝ ਸਕਦੇ ਹੈ। behavior ਤੋਂ ਬਿਨਾਂ ਆਪਾਂ ਕਿਸੇ ਦੀ ਵੀ ਪਰਸਨੈਲਿਟੀ ਨੂੰ ਸਮਝ ਨਹੀਂ ਸਕਦੇ ਹੈਗੇ। ਪਰਸਨੈਲਿਟੀ ਇੱਕ ਇੰਟਰਨਲ ਲੈਵਲ ਤੇ ਰਹਿੰਦਾ ਹੈ, ਬਟ ਬਿਹੇਵੀਅਰ ਇਜ਼ ਦੀ ਓਨਲੀ ਸੋਰਸ ਜਿਸ ਦੇ ਥਰੂ ਆਪਾਂ ਉਹਨਾਂ ਦੀ ਪਰਸਨੈਲਿਟੀ ਨੂੰ ਰਿਫਲੈਕਟ ਕਰ ਪਾਉਂਦੇ ਹਾਂ। ਸੋ ਉਹਨਾਂ ਦੇ ਅਕੋਰਡਿੰਗ ਸੀਗਾ ਕਿ ਜੋ ਆਪਣਾ ਰੀਇਨਫੋਰਸਮੈਂਟ ਹੈ, ਰਿਵਾਰਡ ਸਿਸਟਮ ਹੈ, ਸਟਿਮੂਲਸ ਦਾ ਜੋ ਰਿਸਪੌਂਸ ਹੈ, ਇਹੀ ਜਿਹੜੇ ਆਪਣੇ ਰਿਲੇਸ਼ਨਸ਼ਿਪਸ ਨੇ ਉਹ ਬਿਲਡ ਕਰਦੇ ਨੇ, ਤੇ ਜੋ ਆਪਣੀ ਪਰਸਨੈਲਿਟੀ ਹੈ ਉਹ ਰਿਫਲੈਕਟ ਕਰ ਪਾਉਂਦੇ ਆ। ਕਈ ਵਾਰ ਆਪਣੀ ਪਰਸਨੈਲਿਟੀ ਨੂੰ ਸਪਾਰਕ ਦੇ ਪਾਉਂਦੀ ਹੈ, ਪੋਲਿਸ਼ ਕਰ ਪਾਉਂਦੀ ਹੈ। ਜੋ ਵੀ ਆਪਾਂ ਇੱਕ ਇਨਸਾਨ ਦੇ ਵਿੱਚ ਜੇ ਕੋਈ ਰਿਵਾਰਡ ਦੇ ਕੇ ਪਰਸਨੈਲਿਟੀ ਨੂੰ ਇਨਕਰੇਜ ਕਰਨਾ ਚਾਹੁੰਦੇ ਹੈ, ਜਾਂ ਫਿਰ ਸਿਸਟਮੈਟਿਕਲੀ ਡੀਸੈਂਸਿਟਾਈਜ਼ ਕਰਕੇ ਕਿਸੇ ਵੀ ਪਰਸਨੈਲਿਟੀ ਦੇ ਇੱਕ ਇਹੋ ਜਿਹੇ ਟ੍ਰੇਟ ਨੂੰ ਕੱਢਣਾ ਚਾਹੁੰਦੇ ਹੈ, ਸੋ ਉੱਦਾਂ ਆਪਾਂ ਬਿਹੇਵੀਅਰ ਦੇ ਥਰੂ ਉਸ ਚੀਜ਼ ਨੂੰ ਚੇਂਜ ਕਰ ਸਕਦੇ ਹਾਂ। Then comes a humanistic approach to personality. So this was given by Abraham Maslow and Carl Rogers. So according to Carl Rogers and Abraham Maslow, he talked about the humanistic approach, humanistical level of personality कि जो अपनी personality होती है। So specifically what Rogers said was जो अपनी personality होती है एक real self ਤੇ ideal self ਦੇ इर्द गिर्द ही रहती है। Ideal self वो होती है कि जिदा दे ਆਪਾਂ बनना चाहते हैं, यानी कि IAS ऑफिसर बनना चाहता है कोई, वाइल जड़ा रियल सैल्फ है वो जो एक इंसान ऑलरेडी हैगा है, ते जड़ी अपनी नेचर है वो आइडियल एंड रियल सैल्फ के इर्द गिर्द ही रहती है। रियल सैल्फ जो एक्चुअली इंसान होंदा है, ते आइडियल सैल्फ जो इंसान बनना चाहता है। सो एक रियल सैल्फ तो आइडियल सैल्फ ते पहुंचने के लिए जो भी एक इंसान अपनी पर्सनैलिटी दे विच जो इनकलूड करता है, ऐड करता है, वो उसके पर्सनैलिटी का पार्ट होंदा है, जो उसनू पॉलिश करता है ते उसनू करता है ताकि अपने आइडियल सैल्फ बन सके, आइडियल सैल्फ नू रियल सैल्फ दे विच चेंज कर सके। He also talked about the unconditional and conditional positive regard कि जे ਆਪਾਂ ਨੂੰ ਕੰਡੀਸ਼ਨਸ ਰੱਖੀਆਂ ਜਾਣਗੀਆਂ ਤਾਂ ਆਪਾਂ ਉਦਾਂ ਹੀ ਵਰਕ ਕਰਾਂਗੇ, ਤੇ ਆਪਾਂ ਜੇ ਅਨਕੰਡੀਸ਼ਨਲ ਲੈਵਲ ਤੇ ਪੋਜ਼ਿਟਿਵ ਰਿਗਾਰਡਸ ਦਵਾਂਗੇ ਵੀ ਜੇ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਆ ਕਿ ਜੇ ਤੂੰ ਕਲਾਸ ਦੇ ਵਿੱਚ ਫਸਟ ਆਏਗਾ ਮੈਂ ਤੈਨੂੰ ਬਾਈਕ ਦਿਲਵਾਉਂਗੀ, ਜਾਂ ਜੇ ਤੂੰ ਕਲਾਸ ਦੇ ਵਿੱਚ ਫਸਟ ਆਏਗਾ ਸਿਰਫ ਤਾਂ ਹੀ ਮੈਂ ਤੈਨੂੰ ਬਾਈਕ ਦਿਲਵਾਉਂਗੀ, ਉਹ ਹੁੰਦਾ ਹੈ ਕੰਡੀਸ਼ਨ। ਉਸਦੇ ਅੱਗੇ ਬੱਚੇ ਦੇ ਅੱਗੇ ਇੱਕ ਕੰਡੀਸ਼ਨ ਰੱਖਤੀ ਕਿ ਜੇ ਤੂੰ ਇਸ ਚੀਜ਼ ਨੂੰ ਕਰੇਗਾ ਤਾਂ ਹੀ ਤੈਨੂੰ ਗਿਫਟ ਮਿਲੇਗਾ, ਵਰਨਾ ਕੰਡੀਸ਼ਨਸ ਮਿਲ ਜਾਂਦੀਆਂ ਨੇ ਬੱਚੇ ਨੂੰ ਕਿ ਤਾਂ ਜੇ ਤੂੰ ਸੈਕਿੰਡ ਆਇਆ ਜਾਂ ਫਿਰ ਤੂੰ ਫਸਟ ਨਹੀਂ ਆਇਆ ਤਾਂ ਤੈਨੂੰ ਉਹ ਗਿਫਟ ਨਹੀਂ ਮਿਲੇਗਾ। ਸੋ ਬੱਚੇ ਦੇ ਲਈ ਇੱਕ ਕੰਡੀਸ਼ਨ ਲੈਵਲ ਤੇ ਜਿਸ ਨੂੰ ਇੱਕ ਪੋਜ਼ਿਟਿਵ ਲੈਵਲ ਦਾ ਰਿਗਾਰਡ ਦਿੱਤਾ ਜਾਏਗਾ ਤੇ ਇੱਕ ਅਨਕੰਡੀਸ਼ਨਲ ਲੈਵਲ ਤੇ ਦਿੱਤਾ ਜਾਏਗਾ, ਉਹ ਬੱਚੇ ਦੀ ਪਰਸਨੈਲਿਟੀ ਤੇ ਕਾਫੀ ਜ਼ਿਆਦਾ ਰਿਫਲੈਕਸ਼ਨ ਕ੍ਰੀਏਟ ਕਰੇਗਾ। ਜੇ ਮਦਰ ਇੱਕ ਇਹੋ ਜਿਹੀ ਅਪਰੋਚ ਰੱਖੇ ਕਿ ਅਨਕੰਡੀਸ਼ਨਲ ਲੈਵਲ ਤੇ ਇੱਕ ਅਪਰੋਚ ਰੱਖੇ ਕਿ ਚਾਹੇ ਤੂੰ ਕਲਾਸ ਦੇ ਵਿੱਚ ਫਸਟ ਆ ਚਾਹੇ ਨਾ ਆ, ਮੈਂ ਫਿਰ ਵੀ ਤੈਨੂੰ ਤੇਰੀ ਫੇਵਰੇਟ ਬਾਈਕ ਜਾਂ ਫਿਰ ਤੇਰਾ ਫੇਵਰੇਟ ਟॉय ਤੈਨੂੰ ਜ਼ਰੂਰ ਦਿਲਵਾਉਂਗੀ। ਸੋ ਦੈਟ ਇਜ਼ ਅਨਕੰਡੀਸ਼ਨਲ ਪੋਜ਼ਿਟਿਵ ਰਿਗਾਰਡ। ਵੇਅਰ ਐਜ਼ ਜੇ ਕੰਡੀਸ਼ਨ ਰੱਖੀ ਜਾਵੇ ਜੇ ਫਸਟ ਆਏਗਾ ਸਿਰਫ ਔਰ ਸਿਰਫ ਤਾਂ ਹੀ ਤੈਨੂੰ ਬਾਈਕ ਮਿਲੇਗੀ, ਦੈਟ ਇਜ਼ ਦ ਕੰਡੀਸ਼ਨ ਪੋਜ਼ਿਟਿਵ ਰਿਗਾਰਡ। So Maslow talked about the humanistic approach by his hierarchy of needs, as we talked in our earlier chapter of motivation, that Maslow gave this hierarchy of need, that first is physiological, hunger, thirst and roti kapda makan, second is safety needs, ताकि अपना जेडी सोसाइटी च पर रहते हैं ਆਪਾਂ सेफ है या नहीं, belongingness and love need from the place where we affiliate, ਜਿਹਦਾ ਆਪਾਂ ਇੱਕ ਐਸੋਸੀਏਸ਼ਨ ਹੁੰਦਾ ਹੈ, ਸੈਲਫ ਐਸਟੀਮ ਜਿਹੜੀ ਚੀਜ਼ ਆਪਾਂ ਰੈਕੋਗਨੀਸ਼ਨ ਐਂਡ ਅਚੀਵਮੈਂਟ ਦੇ ਨਾਲ ਪਾਈ ਹੁੰਦੀ ਹੈ, ਐਂਡ ਸੈਲਫ ਐਕਚੁਅਲਾਈਜੇਸ਼ਨ ਨੀਡ ਹੁੰਦੀ ਹੈ ਜਦੋਂ ਆਪਾਂ ਰਿਅਲਾਈਜ਼ ਕਰ ਲੈਂਦੇ ਹਾਂ ਕਿ ਆਪਣਾ ਜਿਹੜਾ ਐਕਚੁਅਲਾਈਜ਼ ਰੀਜ਼ਨ ਹੈ, ਐਕਚੁਅਲ ਲੈਵਲ ਤੇ ਜੋ ਆਪਾਂ ਇਸ ਧਰਤੀ ਤੇ ਆਏ ਆ ਉਹ ਆਪਾਂ ਆਪਣਾ ਮੋਟਿਵ ਫੁਲਫਿਲ ਕਰ ਲਿਆ ਹੈ। ਸੋ ਮੈਸਲੋ ਨੇ ਸੈਲਫ ਐਕਚੁਅਲਾਈਜੇਸ਼ਨ ਥਿਊਰੀ ਦੇ ਅਕੋਰਡਿੰਗ ਹੀ ਦੱਸਿਆ ਕਿ ਜਿਹੜੀ ਆਪਣੀ ਜ਼ਿੰਦਗੀ ਹੈ ਉਹ ਆਪਣੀ ਫਸਟ 3 ਸਟੇਜਸ ਦੇ ਵਿੱਚ ਤਾਂ ਰਹਿੰਦੀ ਹੈ ਹਰ ਇੱਕ ਇਨਸਾਨ ਦੀ, ਪਰ ਜੇ ਆਪਾਂ ਆਪਣੀ ਮਿਹਨਤ ਹੋਰ ਕਰੀਏ, ਆਪਣੇ ਆਈਡੀਅਲ ਲੈਵਲ ਆਈਡੀਓਲੋਜੀ ਤੇ ਆਪਣੇ ਰਿਐਲਿਟੀ ਲੈਵਲ ਨੂੰ ਜੇ ਆਪਾਂ ਚੈੱਕ ਆਊਟ ਕਰਦੇ ਰਹੀਏ ਤਾਂ
ਉਹ ਦਿਨ ਵੀ ਦੂਰ ਨਹੀਂ ਹੈ ਜਦੋਂ ਆਪਾਂ ਆਪਣੀ ਲਾਈਫ ਦਾ ਜਿਹੜਾ ਸੈਲਫ ਐਕਚੁਅਲਾਈਜੇਸ਼ਨ ਲੈਵਲ ਹੈ, ਪੋਟੈਂਸ਼ੀਅਲ ਹੈ ਆਪਣੀ ਲਾਈਫ ਦੇ ਵਿੱਚ ਆਉਣ ਦਾ, ਜਿਹੜੀ ਆਪਾਂ ਨੂੰ ਜਦੋਂ ਰਿਅਲਾਈਜ਼ ਹੋ ਜਾਂਦੀ ਹੈ ਆਪਣੀ ਆਈਡੀਅਲ ਸੈਲਫ ਤੱਕ ਰੀਚ ਕਰਕੇ ਕਿ ਆਪਣਾ ਇੱਕ ਆਪਾਂ ਕਿਸ ਚੀਜ਼ ਲਈ ਬਣੇ ਤੇ ਆਪਣੀ ਕਿਆ ਇੱਕ ਐਂਡ ਗੋਲ ਹੈ ਤੇ ਆਪਣੇ ਅੰਦਰ ਕਿੰਨੀ ਕੁ ਜ਼ਿਆਦਾ ਪਾਵਰ ਹੈਗੀ ਕਿ ਆਪਾਂ ਆਪਣੀ ਐਕਚੁਅਲਾਈਜ਼ ਤੱਕ ਪਹੁੰਚ ਸਕਦੇ ਹਾਂ, ਓਨਲੀ ਦੈਨ ਵੀ ਬਿਕਮ ਦੀ ਸੈਲਫ ਐਕਚੁਅਲਾਈਜ਼ਡ ਹਿਊਮਨ ਬੀਇੰਗਸ. Then is the trait theories of personality. So trait theory of personality talks about the extroversion and introversion level. जो अपनी नेचर है वो इंट्रोवर्जन तो लेके एक्सट्रोवर्ट तक, एक्सट्रोवर्ट तो इंट्रोवर्ट तक इसी चीज़ के अराउंड इवॉल्व करती है. सो एक्सट्रोवर्जन एंड इंट्रोवर्जन के ਜਿਹੜੇ ਵਿੱਚ ਆਉਂਦੀ ਜਿਹੜੀ ਇੱਕ ਸਿਚੁਏਸ਼ਨ ਹੈ that is ambiversion. ਜੋ ਇੰਟਰੋਵਰਟ ਤੇ ਐਕਸਟਰੋਵਰਟ ਦੇ ਜਿਹੜੇ ਵਿਦਨ ਜਿਹੜਾ ਇੱਕ ਪਰਸਨੈਲਿਟੀ ਹੁੰਦੀ ਹੈ, ਜਿਹੜੇ ਲੋਕ ਨਾ ਜ਼ਿਆਦਾ ਇੰਟਰੋਵਰਟ ਹੁੰਦੇ ਨੇ ਨਾ ਜ਼ਿਆਦਾ ਐਕਸਟਰੋਵਰਟ ਹੁੰਦੇ ਨੇ, ਐਂਡ ਉਹਨਾਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਐਕਸਟਰੋਵਰਟਸ ਹੁੰਦੇ ਨੇ ਦੇ ਗੈਟ ਸਟਿਮੂਲੇਸ਼ਨ ਫਰਮ ਦ ਇਨਵਾਇਰਨਮੈਂਟ. ਜਦੋਂ ਉਹਨਾਂ ਦੇ ਆਸ-ਪਾਸ ਬਹੁਤ ਜ਼ਿਆਦਾ ਲੋਕ ਹੁੰਦੇ ਨੇ ਜਾਂ ਬਹੁਤ ਸਾਰੀਆਂ ਓਪਰਚੁਨਿਟੀਜ਼ ਜਦੋਂ ਉਹਨਾਂ ਨੂੰ ਦੇਖਣ ਨੂੰ ਮਿਲਦੀਆਂ ਨੇ, ਸੋ ਦੇ ਬਿਕਮ ਐਕਸਟਰੋਵਰਟਸ ਐਂਡ ਦੇ ਬਿਕਮ ਹੈਪੀ, ਐਂਡ ਉਹਨਾਂ ਨੂੰ ਸਟਿਮੂਲੇਟ ਉਹਨਾਂ ਦਾ ਇਨਵਾਇਰਨਮੈਂਟ ਦਿੰਦਾ ਹੈ. ਵੇਅਰ ਐਜ਼ ਇੰਟਰੋਵਰਟਸ ਨੂੰ ਜਿਹੜਾ ਸਟਿਮੂਲੇਸ਼ਨ ਹੈ ਉਹ ਉਹਨਾਂ ਦਾ ਇਨਵਾਇਰਨਮੈਂਟ ਨਹੀਂ ਬਲਕਿ ਉਹਨਾਂ ਦੀ ਇਨਰ ਸੈਲਫ, ਜੋ ਉਹਨਾਂ ਦੇ ਆਸ-ਪਾਸ ਦੀ ਜਿਹੜੀ ਸ਼ਾਂਤੀ ਹੈ ਉਹ ਉਹਨਾਂ ਨੂੰ ਦਿੰਦੀ ਹੈ. ਵਾਈਲ ਐਜ਼ ਜਿਹੜੇ ਐਂਬੀਵਰਟਸ ਹੁੰਦੇ ਨੇ ਦੇ ਆਰ ਦ ਮਿਕਸਚਰ ਆਫ ਬੋਥ. ਸਮਟਾਈਮਸ ਉਹ ਡਿਪੈਂਡ ਕਰਦਾ ਇੰਟਰੋਵਰਟਸ ਬਣ ਜਾਂਦੇ ਨੇ ਐਂਡ ਸਮਟਾਈਮਸ ਇਟ ਡਿਪੈਂਡਸ ਦੈਟ ਦੇ ਬਿਕਮ ਐਕਸਟਰੋਵਰਟਸ. ਉਹਨਾਂ ਦੇ ਅੰਦਰ ਦੋਨਾਂ ਦੀਆਂ ਹੀ ਖੂਬੀਆਂ ਤੇ ਦੋਨਾਂ ਦੀਆਂ ਹੀ ਖਾਮੀਆਂ ਦੇਖਣ ਨੂੰ ਮਿਲਦੀਆਂ ਨੇ, ਬਟ ਇਟ ਡਿਪੈਂਡਸ ਅਪੋਨ ਦ ਸਿਚੁਏਸ਼ਨ ਟੂ ਸਿਚੁਏਸ਼ਨ ਦੈਟ ਇਫ ਦੇ ਬਿਕਮ ਐਂਬੀਵਰਟਸ ਔਰ ਐਕਸਟਰੋਵਰਟਸ ਔਰ ਇੰਟਰੋਵਰਟਸ. Then is Alport's trait theory. So Alport defined the trait theory on the basis of cardinal traits, central trait and secondary traits, whereas he talked about the cardinal traits as the dominant trait. ਹਰ ਇੱਕ ਇਨਸਾਨ ਦੀ ਪਰਸਨੈਲਿਟੀ ਦੇ ਵਿੱਚ ਜਿਹੜਾ ਕਾਰਡੀਨਲ ਟ੍ਰੇਟ ਹੈ ਉਹ ਦੇਖਣ ਨੂੰ ਮਿਲਦਾ ਹੈ, ਉਹ ਹੈਗਾ ਇਮੋਸ਼ਨਸ, ਫੀਲਿੰਗਸ, ਥਾਟਸ. ਇਹ ਚੀਜ਼ਾਂ ਰਿਫਲੈਕਟ ਕਰਦੇ ਨੇ ਤੇ ਇਹੀ ਚੀਜ਼ਾਂ ਇਨਸਾਨ ਨੂੰ ਅੱਗੇ ਵਧਾਉਂਦੀਆਂ ਨੇ. ਸੋ ਦੀਜ਼ ਆਰ ਦ ਵੈਰੀ ਬੇਸਿਕ ਲੈਵਲ ਆਫ ਦ ਟ੍ਰੇਟਸ ਆਫ ਐਨ ਇੰਡੀਵਿਜੂਅਲ ਜੋ ਹਰ ਇੱਕ ਇਨਸਾਨ ਦੇ ਵਿੱਚ ਮੌਜੂਦ ਹੁੰਦੇ ਨੇ. Then comes the central traits. So these central traits are according to Alport. He gave the 5 to 10 central traits ਜਿਹੜੇ ਹਰ ਇੱਕ ਇਨਸਾਨ ਦੇ ਵਿੱਚ ਵੇਰੀ ਕਰਦੇ ਨੇ. ਜ਼ਰੂਰੀ ਨਹੀਂ ਹੈ ਕਿ ਹਰ ਇੱਕ ਦੇ ਅੰਦਰ ਇਹ 10 ਦੇ 10 ਮੌਜੂਦ ਹੋਣ, 5 ਤੋਂ 10 ਹਰ ਇੱਕ ਇਨਸਾਨ ਦੇ ਵਿੱਚ ਇਹਨਾਂ ਟ੍ਰੇਟਸ ਦੇ ਵਿੱਚੋਂ ਮੌਜੂਦ ਹੁੰਦੇ ਆ. Could be dominance, kind nature, helpful nature and so on. Then is secondary traits. Secondary traits are basically the situation or the circumstantial traits ਜਿਸ ਦੇ ਵਿੱਚ ਇੱਕ ਇਨਸਾਨ ਡਿਪੈਂਡ ਕਰਦਾ ਹੈ ਕਿ ਆਪਣੀ ਪਰਸਨੈਲਿਟੀ ਆਪਣੀ ਸਿਚੁਏਸ਼ਨ ਜਾਂ ਫਿਰ ਇਨਵਾਇਰਮੈਂਟਲ ਸਰਕਮਸਟੈਂਸਸ ਦੇ ਬੇਸਿਸ ਤੇ ਕਿੱਦਾਂ ਸਿਚੁਏਸ਼ਨ ਨੂੰ ਆਪਣੇ ਅਕੋਰਡਿੰਗਲੀ ਓਵਰਪਾਵਰ ਕਰਦਾ ਹੈ, ਬਚਾ ਪਾਉਂਦਾ ਹੈ, ਸਿੱਖ ਪਾਉਂਦਾ ਹੈ ਤੇ ਉਸ ਚੀਜ਼ ਨੂੰ ਯੂਟੀਲਾਈਜ਼ ਕਰ ਪਾਉਂਦਾ ਹੈ. ਸੋ ਦੀਜ਼ ਆਰ ਦੀ ਸੈਕੰਡਰੀ ਟ੍ਰੇਟਸ. ਸੋ ਅਕੋਰਡਿੰਗ ਟੂ ਐਲਬਰਟ ਦੇਅਰ ਆਰ 3 ਟਾਈਪ ਆਫ ਟ੍ਰੇਟਸ ਜਿਨ੍ਹਾਂ ਨੂੰ ਐਲਬਰਟ ਨੇ ਡਿਫਾਈਨ ਕੀਤਾ ਹੈ ਡਿਫਰੈਂਸ਼ੀਅਲ ਲੈਵਲ ਦੀ, ਕਾਰਡੀਨਲ, ਸੈਂਟਰਲ ਐਂਡ secondary traits. Then is Cattell's trait theory. So Raymond B. Cattell, who was born in 1905 to 1998, he gave the factor analyzed theories ਜਿਸ ਦੇ ਵਿੱਚ ਉਹਨਾਂ ਨੇ ਐਲਪੋਰਟ ਦੀ ਹੀ ਥਿਊਰੀ ਨੂੰ ਐਕਸਪਲੇਨ ਕੀਤਾ, ਬਟ ਉਹਨਾਂ ਨੇ ਇੰਪਰੋਵਾਈਜ਼ਡ ਮੈਨਰ ਦੇ ਵਿੱਚ ਐਲਪੋਰਟ ਥਿਊਰੀ ਨੂੰ ਐਕਸਪਲੇਨ ਕੀਤਾ. ਐਂਡ ਹੀ ਸੈਡ ਦੈਟ 45 ਜਿੱਦਾਂ ਐਲਬਰਟ ਨੇ ਆਪਣੀ ਲਿਸਟ ਦੇ ਵਿੱਚ 4500 ਇੰਗਲਿਸ਼ ਦੇ ਐਡਜੈਕਟਿਵਸ ਦੇ ਥਰੂ ਇੱਕ ਇਨਸਾਨ ਦੇ ਟ੍ਰੇਟਸ ਨੂੰ ਐਕਸਪਲੇਨ ਕੀਤਾ ਸੀਗਾ, ਬਟ ਐਲਬਰਟ ਨੇ ਕਟੈਲ ਨੇ ਉਸੀ ਫੈਕਟਰਸ ਨੂੰ ਐਨਾਲਾਈਜ਼ ਕੀਤਾ. ਉਹੀ 4500 ਲਿਸਟ ਸੀਗੀਆਂ ਜਿਹੜੇ ਇੰਗਲਿਸ਼ ਵਰਡਸ ਦੀਆਂ, ਉਹਨਾਂ ਨੂੰ ਐਨਾਲਾਈਜ਼ ਕਰਕੇ ਹੀ ਐਕਸਪਲੇਨ ਦੈਮ ਐਂਡ ਹੀ ਕੇਮ ਅਪ ਵਿਦ ਦ 16 ਟ੍ਰੇਟ ਡਾਇਮੈਂਸ਼ਨਸ which was also known as 16 PF theory of Cattell's trait theory. 16 ਜਿਹੜੇ ਐਲਬਰਟ ਨੇ 4500 ਇੰਗਲਿਸ਼ ਦੇ ਐਡਜੈਕਟਿਵ ਦਿੱਤੇ ਸੀਗੇ, ਉਹਨਾਂ ਦੇ ਵਿੱਚੋਂ ਕਾਫੀ ਜ਼ਿਆਦਾ ਫਿਲਟਰ ਆਊਟ ਕਰਕੇ ਛਾਂਡ ਕੇ ਕਟੈਲ ਨੇ ਸਿਰਫ 16 ਟ੍ਰੇਟ ਥਿਊਰੀ ਨੂੰ, ਟ੍ਰੇਟ ਡਾਇਮੈਂਸ਼ਨਸ ਨੂੰ ਐਕਸਪਲੇਨ ਕੀਤਾ ਗਿਆ ਸੀਗਾ ਔਨ ਦ ਬੇਸਿਸ ਆਫ ਦ ਪਰਸਨੈਲਿਟੀ ਆਫ ਅ ਹਿਊਮਨ ਬੀਇੰਗ. Then is Eysenck trait theory. So Eysenck ने PEN और NEP model ਨੂੰ explain ਕੀਤਾ ਸੀਗਾ. He proposed this thoroughly on the basis of the personality of an individual, where he talked about extroversion level, introversion level and neuroticism level and psychotic level. So he said that ਜੋ ਇੱਕ ਇਨਸਾਨ ਦਾ ਜਿਹੜਾ extroversion level ਹੁੰਦਾ ਹੈ that is the part of the humanistic approach, while as ਜਿਹੜਾ
एंड है दैट इज़ अ न्यूरोटिसिज्म। न्यूरोटिसिज्म स्टैंड्स फॉर द वन ਜਿਹੜੇ ਸਿਰਫ ਆਪਣੇ ਆਪ ਨੂੰ ਹੀ ਸਹੀ ਸਮਝਦੇ ਨੇ ਤੇ ਬਾਕੀ ਦੂਸਰੇ ਇਨਸਾਨਾਂ ਨੂੰ ਉਹ ਗਲਤ, ਤੇ ਜੋ ਵੀ ਉਹਨਾਂ ਦੀ ਸੋਚ ਹੈ ਸਿਰਫ ਉਹੀ ਇੱਕ ਸਹੀ ਲੈਵਲ ਤੇ ਇੱਕ ਰਾਈਟ ਹੈ, ਬਟ ਜਿਹੜਾ ਬਾਕੀ ਇਨਸਾਨ ਦੀ ਜੋ ਕਨਵਿੰਸਿੰਗ ਹੈ ਉਹ ਜ਼ਿਆਦਾ ਸਟਰੋਂਗ ਨਹੀਂ ਹੈ। ਨਿਊਰੋਟਿਕ ਪੀਪਲ ਥਿੰਕਸ ਦੈਟ ਜੋ ਉਹਨਾਂ ਨੂੰ ਲੱਗਦਾ ਹੈ ਉਹੀ ਸਹੀ ਹੈ ਇਨਵਾਇਰਨਮੈਂਟ ਦੇ ਵਿੱਚ। then comes the P stands for the psychotism। psychotisms are the one ਜਿਹੜੇ society ਦੇ ਵਿੱਚ normally function ਨਹੀਂ ਕਰਦੇ, ਬਲਕਿ who are the abnormal set of individuals, and ਇਹਨਾਂ ਨੂੰ ਕਾਫੀ ਜ਼ਿਆਦਾ clinical exposure ਦੀ ਜ਼ਰੂਰਤ ਹੁੰਦੀ ਹੈ, clinical level ਤੇ ਉਹਨਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। so this is how Eysenck trait personality theory was introduced as NEP, neuroticism, extroversion and psychotism, and ਇसी ਦੇ basis ਤੇ ਇੱਕ ਇਨਸਾਨ ਦੀ ਜਿਹੜੀ personality ਹੈ ਉਹ evolve ਕਰਦੀ ਹੈ depending on the individual to individual। Then is Macrae and Posta's five-factor theory, which includes the ocean, the word ocean. This ocean word was given by the Macrae and Costa, and Macrae's five-factor theory। Ocean ਨੂੰ acronym ਦੇ through use ਕੀਤਾ ਗਿਆ word है ocean or canoi। openness to experience, conscientiousness, extroversion, agreeableness, and neuroticism। Openness to experience, how individual is open towards the experiences of his life, environment, situation, circumstances। Conscientiousness is how well an individual is aware about his surroundings and the opportunities that one is getting। Extroversion is how open minded he is, how open he is towards the friendships, towards taking new opportunities in his life। Agreeableness is how agree he is towards the opportunities in a fully open and a broad perspective। Neuroticism is the last one, which means that how well they know that they are right and others are wrong। then is Indian approach to personality। so Indian level ਤੇ ਜੇ ਆਪਾਂ personality ਦੀ approach ਦੇਖੀਏ ਤਾਂ that is sattvic, rajasic and tamasic। sattvic is the gunas, which talks about how a good and a caring individual and how emotionally one is stable in their life। ਰਾਜਸਵਿਕ ਇਜ਼ ਦ ਡੋਮੀਨੈਂਟ ਵਨ। ਜਿਹੜਾ ਜਿਹੜਾ ਸਾਤਵਿਕ ਹੈ, ਸਾਤਵਿਕ ਦੇ ਵਿੱਚ ਜੇ ਆਪਾਂ ਪੋਜ਼ਿਟਿਵਿਟੀ ਦੇਖ ਪਾਉਂਦੇ ਹਾਂ ਤਾਂ ਜਿਹੜਾ ਰਾਜਸਵਿਕ ਹੈ ਉਸ ਦੇ ਵਿੱਚ ਇਨਸਾਨ ਦੇ ਅੰਦਰ ਕਾਫੀ ਡੋਮੀਨੈਂਟ ਪਾਵਰਸ ਦੇਖਣ ਨੂੰ ਮਿਲਦੀਆਂ, ਐਂਥੂਸੀਆਜ਼ਮ ਰਹਿੰਦੇ ਨੇ, ਇੰਟਰਸਟਿੰਗ ਰਹਿੰਦੇ ਨੇ, ਹਰ ਇੱਕ ਚੀਜ਼ ਦੇ ਵਿੱਚ ਅਟੈਚਮੈਂਟ ਸ਼ੋ ਕਰਦੇ ਨੇ ਤੇ ਦੇ ਆਰ ਐਕਟਿਵਲੀ ਇਨਵੋਲਵਡ ਇਨ ਦ ਕੁਆਲਿਟੀਜ਼ ਐਂਡ ਦ ਸਿਚੁਏਸ਼ਨ। ਤਾਮਸਿਕ ਇਜ਼ ਸਾਤਵਿਕ ਐਂਡ ਰਾਜਸਿਕ ਤੇ ਜਿਹੜਾ ਬਿਲਕੁਲ ਥੋੜਾ ਜਿਹਾ ਅਪਰ ਲੈਵਲ ਤੇ ਰਹਿੰਦਾ ਹੈ, ਜਿਸ ਦੇ ਵਿੱਚੋਂ ਕਾਫੀ ਜ਼ਿਆਦਾ ਇਗਨੋਰੈਂਟ ਹੁੰਦੇ ਨੇ ਤੇ ਕਾਫੀ ਜ਼ਿਆਦਾ ਓਪਰਚੁਨਿਟੀਜ਼ ਨੂੰ ਇਗਨੋਰ ਕਰ ਦਿੰਦੇ ਨੇ, ਜਿਨ੍ਹਾਂ ਨੂੰ ਹਾਰਡ ਵਰਕ ਕਰਨ ਦੀ ਜ਼ਰੂਰਤ ਪੈਂਦੀ ਹੈ ਤੇ ਉਹਨਾਂ ਦੀ ਜਿਹੜੀ ਵਿਲਿੰਗਨੈਸ ਹੈ ਉਹ ਬਾਕੀਆਂ ਨਾਲੋਂ ਥੋੜੀ ਜਿਹੀ ਘੱਟ ਦੇਖਣ ਨੂੰ ਮਿਲਦੀ ਹੈ। then how we can assess the personality? We can assess toward the personality by paper and pencil test and projective techniques। paper and pencil test are subjective in nature and projective techniques are ऑब्जेक्टिव इन नेचर। पेपर एंड पेंसिल ਦੇ ਨਾਲ ਆਪਾਂ ਯੈਸ ਨੋ ਵਰਗੇ ਕੁਐਸਚਨਸ ਉੱਤੇ ਟਿਕ ਮਾਰਕ ਕਰਕੇ ਪਰਸਨੈਲਿਟੀ ਨੂੰ ਅੰਡਰਸਟੈਂਡ ਕਰ ਸਕਦੇ ਹਾਂ, ਉਹਨਾਂ ਦੀ ਸੈਲਫ ਰਿਪੋਰਟ ਇਨਵੈਂਟਰੀ ਬਣਾ ਸਕਦੇ ਹਾਂ। ਸਬਜੈਕਟਿਵ ਲੈਵਲ ਤੇ ਕੁਐਸਚਨ ਪੁੱਛ ਕੇ ਫਿਲਿੰਗ ਦ ਬਲੈਂਕਸ ਨੂੰ ਉਹਨਾਂ ਦੇ ਥਰੂ ਹੀ ਭਰਵਾਉਂਦੇ ਹਾਂ ਕਿ ਕੋਈ ਵੀ ਕੁਐਸਚਨ ਹੈ ਆਈ ਐਮ ਅ ਗੁੱਡ ਗਰਲ ਬਿਕੋਜ਼ ਇਹ ਜਿਹੇ ਕੁਐਸਚਨਸ ਦੇ ਕੇ ਉਹਨਾਂ ਨੇ ਫਿਲਿੰਗ ਦ ਬਲੈਂਕਸ ਫਿਲ ਕਰਨ ਲਈ ਦੇ ਦਿੰਦੇ ਆ। ਨਿਊ ਪਰਸਨੈਲਿਟੀ ਇਨਵੈਂਟਰੀਜ਼ ਔਨ ਦ ਬੇਸਿਸ ਆਫ ਓਸ਼ਨ ਥਿਊਰੀ, ਜਿਸ ਦੇ ਵਿੱਚ ਉਹਨਾਂ ਦੀ ਐਕਸਟਰੋਵਰਜਨ, ਇੰਟਰੋਵਰਜਨ ਐਂਡ ਨਿਊਰੋਟਿਸਿਜ਼ਮ ਲੈਵਲ ਦੇ ਉੱਤੇ ਰਿਫਲੈਕਟ ਕੀਤਾ ਜਾਂਦਾ ਹੈ ਟੂਵਰਡਸ ਥੀਸ ਕੁਐਸਚਨਸ। whereas projective techniques talks about the Rorschach test, TAT test and incomplete sentence blank test। ਇਸ ਦੇ ਨਾਲ ਉਹਨਾਂ ਦੇ ਜਿਹੜਾ ਪਰਸਪੈਕਟਿਵ ਹੈ ਉਹ ਚੈੱਕ ਕਰਨ ਨੂੰ ਮਿਲਦਾ ਹੈ ਐਂਡ ਉਹਨਾਂ ਦੀ ਪਰਸਨੈਲਿਟੀ ਨੂੰ ਸਾਈਕੋਲੋਜਿਸਟ ਦੇ ਥਰੂ, ਕਾਉਂਸਲਰਸ ਦੇ ਥਰੂ ਦੇ ਅੰਡਰਸਟੈਂਡ ਦ ਪਰਸਨੈਲਿਟੀ ਲੈਵਲ ਆਫ ਐਨ ਇੰਡੀਵਿਜੂਅਲ। ਵਿਦ ਦਿਸ ਆਰ ਪਰਸਨੈਲਿਟੀ ਚੈਪਟਰ ਇਜ਼ ਓਵਰ। ਪਰਸਨੈਲਿਟੀ ਟਾਕਡ ਅਬਾਊਟ ਹਾਊ ਵੀ ਲੁੱਕ ਤੇ ਆਪਾਂ ਆਪਣੇ ਆਪ ਨੂੰ ਕਿੱਦਾਂ ਲੋਕਾਂ ਦੇ ਅੱਗੇ ਆਪਣੇ ਟ੍ਰੇਟਸ ਦੇ ਨਾਲ ਰਿਫਲੈਕਟ ਕਰ ਪਾਉਂਦੇ ਹਾਂ। ਨੈਕਸਟ ਟਾਈਮ ਵੀ ਵਿਲ ਮੀਟ with the topic personality। The next part है intelligence। Thank you।